जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 9ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਇੰਗਲਿਸ਼ ਗ੍ਰਾਮਰ ਉਸਦਾ ਲੈਸਨ ਨੰਬਰ 2 ਮੋਡਲਸ ਉਸ ਦੀ 3 ਐਕਸਰਸਾਈਜ਼ਸ ਅਗਲੀਆਂ 7, 8 ਐਂਡ 9 ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਜਿਹੜੇ ਹੱਲ ਕੀਤੇ ਗਏ ਨੇ ਸਵਾਲ ਤੁਹਾਡੇ ਲਈ ਜੋ ਸੋਲੂਸ਼ਨ ਤਿਆਰ ਕੀਤਾ ਗਿਆ ਉਹਨੂੰ ਨੋਟ ਕਰ ਲਓ। ਜਿਹੜੀ ਐਕਸਪਲੇਨੇਸ਼ਨ ਦੱਸੀ ਜਾਏਗੀ ਉਹਨੂੰ ਬੜੇ ਧਿਆਨ ਦੇ ਨਾਲ ਸੁਣੋ ਤੇ ਬਾਅਦ 'ਚੋਂ ਸਾਰੀ ਐਕਸਰਸਾਈਜ਼ਸ ਨੂੰ ਆਪਣੇ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਜ਼ਰੂਰ ਕਰੋ। ਇਸੇ ਚੈਨਲ ਦੇ ਉੱਤੇ 9ਵੀਂ ਜਮਾਤ ਦੇ ਨਾਲ ਸੰਬੰਧਿਤ 5 ਪਲੇਲਿਸਟਾਂ ਹੋ ਰਹੀਆਂ ਨੇ ਤੇ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ। ਪਹਿਲੀ ਹੈਗੀ ਹੈ 9th ਇੰਗਲਿਸ਼ MCV ਮੇਨ ਕੋਰਸ ਬੁੱਕ, ਦੂਜੀ ਹੈਗੀ 9th ਇੰਗਲਿਸ਼ ਸਪਲੀਮੈਂਟਰੀ, ਤੀਜੀ ਹੈਗੀ 9th ਸਾਇੰਸ, ਚੌਥੀ ਹੈਗੀ 9th ਮੈਥ ਤੇ ਪੰਜਵੀਂ ਹੈਗੀ 9th ਮੈਥ ਨੋਟਸ। ਸੋ ਅੰਗਰੇਜ਼ੀ ਦੇ ਨਾਲ ਨਾਲ ਤੁਹਾਡੀ ਸਾਇੰਸ ਅਤੇ ਮੈਥ ਦੀਆਂ ਲੋੜਾਂ ਵੀ ਇਸੇ ਚੈਨਲ ਰਾਹੀਂ ਪੂਰੀਆਂ ਹੋ ਜਾਣਗੀਆਂ। ਸੋ ਆਓ ਸ਼ੁਰੂ ਕਰੀਏ ਇਹ ਵਾਲੀ ਐਕਸਰਸਾਈਜ਼ਸ। ਸੋ ਐਕਸਰਸਾਈਜ਼ 7 ਹੈ ਫਿਲ ਇਨ ਦੀ ਬਲੈਂਕਸ ਵਿਦ ਐਪਰੋਪਰੀਏਟ ਮੋਡਲਸ, ਅਰਥਾਤ ਢੁਕਵੇਂ ਮੋਡਲਸ ਦੇ ਨਾਲ ਜਿਹੜੇ ਖਾਲੀ ਥਾਂ ਨੇ ਉਹਨਾਂ ਨੂੰ ਭਰੋ। ਸੋ ਪਹਿਲਾ ਹੈ ਵਿਲ ਯੂ ਪਲੀਜ਼ ਸਟਾਪ ਟਾਕਿੰਗ। ਇਹ ਰਿਪੀਟ ਹੋਇਆ, ਪਹਿਲੀਆਂ ਐਕਸਰਸਾਈਜ਼ਾਂ ਵਿੱਚ ਵੀ ਆਇਆ ਸੀਗਾ। ਸੋ ਵਿਲ ਯੂ ਪਲੀਜ਼ ਸਟਾਪ ਟਾਕਿੰਗ ਅਰਥਾਤ ਇੱਕ ਕਿਸਮ ਦੀ ਕਮਾਂਡ ਹੈ, ਆਰਡਰ ਹੈ ਵੀ ਕੀ ਤੂੰ ਚੁੱਪ ਦਾ ਦਾਨ ਬਖਸ਼ੇਗਾ, ਜਾਂ ਕੀ ਕਿਰਪਾ ਕਰਕੇ ਤੂੰ ਬੋਲਣਾ ਬੰਦ ਕਰੇਗਾ, ਜਾਂ ਕਿਰਪਾ ਕਰਕੇ ਤੂੰ ਮੂੰਹ ਬੰਦ ਕਰੇਗਾ। ਸੋ ਵਿਲ ਯੂ ਪਲੀਜ਼ ਸਟਾਪ ਟਾਕਿੰਗ। ਸੋ ਇਹਦੇ ਵਿਲ ਦਾ ਮਤਲਬ ਹੈ ਕਿਸਮ ਦਾ ਵੀ ਕਮਾਂਡ ਹੈਗੀ ਹੈ, ਇੱਕ ਹੁਕਮ ਹੈਗਾ, ਆਰਡਰ ਹੈ ਵੀ ਬੰਦਾ ਬੋਲ ਰਿਹਾ ਤੇ ਉਹਨੂੰ ਇੱਕ ਸੁਚੱਜੇ ਢੰਗ ਨਾਲ ਕਹਿਣ ਦਾ ਢੰਗ ਹੈ ਵਿਲ ਯੂ ਪਲੀਜ਼ ਸਟਾਪ ਟਾਕਿੰਗ। ਠੀਕ ਹੈ। ਦੂਜਾ ਆ ਗਿਆ ਯੂ ਮੇ ਗੋ ਹੋਮ ਵੈਨ ਐਵਰ ਯੂ ਲਾਈਕ। ਵੈਨ ਐਵਰ ਮੈਨੇ ਜਦੋਂ ਮਰਜ਼ੀ, ਜਦੋਂ ਤੇਰਾ ਜੀ ਚਾਹੇ। ਵੈਨ ਐਵਰ ਯੂ ਲਾਈਕ, ਜਦੋਂ ਤੇਰਾ ਜੀ ਚਾਹੇ। ਯੂ ਮੇ ਗੋ ਹੋਮ, ਵੀ ਤੂੰ ਘਰ ਜਾਏ ਜਾਂ ਨਾ ਜਾਏ, ਵੀ ਤੂੰ ਬੈਠਣਾ ਹੈ ਬੈਠ, ਜਾਣਾ ਹੈ ਜਾ। ਉਹ ਇੱਥੇ ਮੇ ਇੱਕ ਕਿਸਮ ਦਾ ਇਸ ਤਰ੍ਹਾਂ ਵੀ ਤੇਰੇ 'ਤੇ ਛੱਡ ਦਿੱਤਾ ਹੈ। ਤੇ ਇਹਨੂੰ ਇਹ ਵੀ ਕਹਿ ਸਕਦੇ ਹਾਂ ਯੂ ਕੈਨ ਗੋ ਹੋਮ ਵੈਨ ਐਵਰ ਯੂ ਲਾਈਕ। ਕਹਿਣ ਦਾ ਮਤਲਬ ਕਿ ਪਰਮਿਸ਼ਨ ਦੇ ਦਿੱਤੀ ਗਈ ਹੈ ਵੀ ਮੇਰੇ ਵੱਲੋਂ ਤੈਨੂੰ ਛੁੱਟੀ ਹੈ, ਵੀ ਜਦੋਂ ਤੂੰ ਜਾਣਾ ਚਾਹੇ ਮੇਰੇ ਵੱਲੋਂ ਪਰਮਿਸ਼ਨ ਹੈ, ਤੂੰ ਜਾ ਸਕਦਾ ਹੈ। ਸੋ ਇਹ ਦੋਨਾਂ ਦਾ ਬੜਾ ਨੇੜਲਾ ਜਿਹਾ ਅਰਥ ਹੈਗਾ। ਯੂ ਮੇ ਗੋ ਹੋਮ ਵੈਨ ਐਵਰ ਯੂ ਲਾਈਕ ਵੀ ਤੇਰੇ ਉੱਤੇ ਹੈ ਜਾਣਾ ਜਾ, ਨਹੀਂ ਜਾਣਾ ਨਾ ਜਾ। ਠੀਕ ਹੈ। ਅੱਜ ਇਸ ਤਰ੍ਹਾਂ ਵੀ ਦਫ਼ਤਰ ਦਾ ਕੰਮ ਇਸ ਤਰ੍ਹਾਂ ਹੈਗਾ ਵੀ ਆਪਣੇ ਵੱਲੋਂ ਹੀ ਕਹਿ ਦਿੱਤਾ ਵੀ ਤੇਰੇ 'ਤੇ ਚੋਇਸ ਛੱਡ ਦਿੱਤੀ, ਚੋਣ ਤੇਰੀ ਹੈ। ਤੇ ਪਰਮਿਸ਼ਨ ਮੰਗੀ ਗਈ ਸੀ ਤੇ ਬੌਸ ਕਹਿੰਦਾ ਮੈਂ ਠਹਿਰ ਕੇ ਦੱਸਦਾ। ਫਿਰ ਕਹਿੰਦਾ ਠੀਕ ਹੈ ਯੂ ਕੈਨ ਗੋ ਹੋਮ ਵੈਨ ਐਵਰ ਯੂ ਲਾਈਕ। ਠੀਕ ਹੈ ਵੀ ਜਦੋਂ ਤੇਰਾ ਜੀ ਚਾਹੇ ਤੂੰ ਘਰ ਜਾ ਸਕਦਾ, ਪਰਮਿਸ਼ਨ ਗਰੰਟਿਡ। ਤੀਸਰਾ ਦੇਖੀਏ ਇਟ ਮਾਈਟ ਰੇਨ ਇਟ ਇਜ਼ ਸੋ ਸਲਟਰੀ। ਸਲਟਰੀ ਹੁੰਦਾ ਬੱਚਿਓ ਇਹ ਸ਼ਬਦ ਅੰਗਰੇਜ਼ੀ ਦਾ ਹੈ। ਸਲਟਰੀ ਦਾ ਮਤਲਬ ਕੀ ਹੋਇਆ ਕਿ ਜੇ 'ਚ ਗਰਮੈਸ਼ ਵੀ ਹੋਵੇ ਤੇ ਹਿਊਮਿਡ ਨਮੀ ਵੀ ਹੋਵੇ। ਜਦੋਂ ਅੱਜ ਕੱਲ੍ਹ ਦਾ ਜਿੱਦਾਂ ਮੌਸਮ ਹੈਗਾ ਜੁਲਾਈ ਦਾ, ਤੇ ਅਸੀਂ ਕਹਿੰਦੇ ਹੁਮਸ ਬੜਾ ਹੋ ਗਿਆ ਵੀ ਗਰਮੀ ਵੀ ਹੈ, ਹਵਾ ਨਹੀਂ ਚੱਲਦੀ ਪਈ ਤੇ ਹਵਾ 'ਚ ਨਮੀ ਬੜੀ ਹੈ, ਪਸੀਨਾ ਆ ਰਿਹਾ। ਟੈਂਪਰੇਚਰ ਬੇਸ਼ੱਕ ਘੱਟ ਹੈ ਪਰ ਗਰਮੀ ਜ਼ਿਆਦਾ ਮਹਿਸੂਸ ਹੋ ਰਹੀ ਹੈ ਤੇ ਅਸੀਂ ਉਹਨੂੰ ਕਹਿੰਦੇ ਸਲਟਰੀ, ਜਿਹਦਾ ਪੰਜਾਬੀ ਕਹਿੰਦੇ ਹੁਮਸ ਬੜਾ ਹੈ। ਇਟ ਇਜ਼ ਸੋ ਸਲਟਰੀ, ਹਮ ਬੜਾ ਹੋਇਆ ਪਿਆ ਹੈ। ਇਟ ਮਾਈਟ ਰੇਨ, ਸ਼ਾਇਦ ਮੀਂਹ ਪੈ ਜਾਵੇ। ਇੱਥੇ ਸੰਭਾਵਨਾ ਘੱਟ ਦਰਸਾਈ ਹੈ। ਠੀਕ ਹੈ, ਕਿਉਂਕਿ ਹਰ ਬੰਦੇ ਦਾ ਆਪਣਾ ਆਪਣਾ ਪਰਸੈਪਸ਼ਨ ਹੁੰਦਾ ਹੈ। ਸੋ ਦੂਜਾ ਬੰਦਾ ਕਹਿੰਦਾ ਇਟ ਮੇ ਰੇਨ ਇਟ ਇਜ਼ ਸੋ ਸਲਟਰੀ, ਇਟ ਇਜ਼ ਸੋ ਸਲਟਰੀ, ਕਿੰਨਾ ਹਮ ਹੋਇਆ ਪਿਆ ਸ਼ਾਇਦ ਮੀਂਹ ਪੈ ਜਾਵੇ। ਇੱਦਾਂ ਕਹਿ ਰਿਹਾ ਸ਼ਾਇਦ ਮੀਂਹ ਪੈ ਜਾਵੇ ਤੇ ਕਹਿੰਦਾ ਸ਼ਾਇਦ ਮੀਂਹ ਪੈ ਜਾਵੇ। ਮਾਈਟ ਵਿੱਚ ਸੰਭਾਵਨਾ ਘੱਟ ਹੈ, ਮੇ ਵਿੱਚ ਸੰਭਾਵਨਾ ਜ਼ਿਆਦਾ ਹੈ। ਅਸੀਂ ਕਹਿ ਸਕਦੇ ਹਾਂ ਮੰਨ ਲਓ ਮੈਂ ਜੇ ਇਹਨੂੰ ਕੁਆਂਟੀਫਾਈ ਕਰਨਾ ਹੋਵੇ, ਮੇ ਦਾ ਮਤਲਬ ਕਹਿ ਸਕਦੇ 50% ਤੇ ਮਾਈਟ ਦਾ ਮਤਲਬ ਇਹ ਕਹਿ ਲਓ 20%, 20-80 ਇਹ ਹੈਗਾ 50-50। ਤੇ ਜੇ ਮੰਨ ਲਓ ਕੋਈ ਮੌਸਮ ਵਿਭਾਗ ਦਾ ਹੋਵੇ ਮਾਹਰ, ਜਿਹਨੂੰ ਕੁਝ ਗੱਲਾਂ ਬਾਰੇ ਆਮ ਬੰਦੇ ਨਾਲੋਂ ਜ਼ਿਆਦਾ ਪਤਾ ਹੋਵੇ ਤੇ ਉਹਦਾ ਦਾਵਾ, ਉਹਨੂੰ ਆਪਣੇ 'ਤੇ ਵਿਸ਼ਵਾਸ ਹੋਵੇ ਤੇ ਉਹ ਕਹੇਗਾ ਇਟ ਵਿਲ ਰੇਨ ਇਟ ਇਜ਼ ਸੋ ਸਲਟਰੀ, ਇੰਨਾ ਹੁਮ ਹੋਇਆ ਪਿਆ ਮੀਂਹ ਪਏਗਾ। ਉਹਨੇ ਮਤਲਬ ਕਿ ਦਾਵਾ ਕਰਤਾ ਇਟ ਵਿਲ ਰੇਨ ਅਰਥਾਤ ਮੀਂਹ ਜ਼ਰੂਰ ਪਏਗਾ। ਸੋ ਤਿੰਨੋਂ ਠੀਕ ਨੇ, ਅਲੱਗ ਅਲੱਗ ਸੰਦਰਭ ਹੈ, ਕਹਿਣ ਦਾ ਜੋ ਭਾਵ ਹੈ, ਜੋ ਟੋਨ ਹੈ ਅਲੱਗ ਅਲੱਗ ਹੈ। ਇਟ ਮਾਈਟ ਰੇਨ ਇਹਦਾ ਮਤਲਬ ਸ਼ਾਇਦ ਮੀਂਹ ਪੈ ਜਾਵੇ, ਇਟ ਮੇ ਰੇਨ ਸ਼ਾਇਦ ਮੀਂਹ ਪਏਗਾ, ਇਟ ਵਿਲ ਰੇਨ ਮੀਂਹ ਜ਼ਰੂਰ ਪਏਗਾ। ਠੀਕ ਹੈ। ਸੋ ਤਿੰਨੋਂ ਠੀਕ ਨੇ ਪਰ ਤਿੰਨਾਂ ਦੇ ਅਰਥ, ਟੋਨ ਜਿਹੜੀ ਹੈ, ਲਹਿਜ਼ਾ ਹੈ, ਉਹ ਵੱਖਰਾ ਵੱਖਰਾ ਹੋ ਜਾਏਗਾ। ਚੌਥਾ ਵਨ ਸ਼ੁੱਡ ਆਲਵੇਜ਼ ਬੀ ਕਾਇੰਡ ਟੂ ਅਦਰਸ। ਟੂ ਅਦਰਸ ਮੈਨੇ ਬਾਕੀ ਸਾਰਿਆਂ ਵੱਲ, ਜਿਹੜੇ ਦੂਜੇ ਨੇ ਮੈਨੂੰ ਛੱਡ ਕੇ ਸਾਰਿਆਂ ਨੂੰ। ਆਲਵੇਜ਼ ਬੀ ਹਮੇਸ਼ਾ, ਸ਼ੁੱਡ ਜੋ ਦਰਸਾਉਂਦਾ ਹੈ ਡਿਊਟੀ ਜਾਂ ਫਰਜ਼,
वन का मतलब इत्थे हुंदा है ही या शी, मतलब कि जिवें ही वरतना तो इशारा करता है मर्दां वल, जिवें शी वरतदा तो इशारा करता है इस्त्रियां वल, पर जे वन वरतदा तो मतलब कि सारे इंसान प्राणी। वन शुड ऑलवेज बी काइंड टू अदर्स, अर्थात हर एक इंसान, हर एक मनुख नूं, मतलब चाहे वो मर्द ने चाहे स्त्री, दोनों की गल आ गई। शुड ऑलवेज बी काइंड टू अदर्स, अर्थात इंसान नूं दूजिਆਂ ਦੇ ਪ੍ਰਤੀ ਦਇਆ ਭਾਵ ਰੱਖਣਾ ਚਾਹੀਦਾ ਹੈ, ਦਿਆਲੂ ਸੁਭਾਅ ਰੱਖਣਾ ਚਾਹੀਦਾ ਹੈ। ਠੀਕ ਹੈ। ਸੋ ਪੰਜਵਾਂ ਆ ਗਿਆ ਇਫ ਯੂ ਹੈਵ ਅ ਟਿਕਟ, ਜੇ ਤੁਹਾਡੇ ਕੋਲ ਟਿਕਟ ਹੈ, ਯੂ ਕੈਨ ਗੋ ਇਨਸਾਈਡ, ਫਿਰ ਤੁਹਾਨੂੰ ਪਰਮਿਸ਼ਨ ਹੈ ਜਾਣ ਦੀ, ਫਿਰ ਤੁਸੀਂ ਅੰਦਰ ਜਾ ਸਕਦੇ ਹੋ। ਕੋਈ ਸਟੇਡੀਅਮ ਹੋ ਸਕਦਾ ਹੈ, ਕੋਈ ਸਿਨੇਮਾ ਹਾਲ ਹੋ ਸਕਦਾ ਹੈ, ਕੋਈ ਆਡੀਟੋਰੀਅਮ ਹੋ ਸਕਦਾ ਜਿੱਥੇ ਕੋਈ ਪ੍ਰੋਗਰਾਮ ਹੈ, ਅਤੇ ਜਿਹੜੇ ਦਰਸ਼ਕ ਆਏ ਨੇ ਉਹਨਾਂ ਨੂੰ ਕੋਈ ਪਾਸ ਮਿਲਿਆ ਹੋਇਆ, ਉਹਨਾਂ ਨੂੰ ਕੋਈ ਟਿਕਟ ਮਿਲੀ ਹੋਈ ਹੈ, ਉਹਨਾਂ ਨੇ ਟਿਕਟ ਖਰੀਦਣੀ ਹੈ ਜਾਂ ਪਾਸ ਮਿਲਿਆ, ਅਤੇ ਉਹ ਦਿਖਾ ਕੇ ਡੋਰ ਤੋਂ ਐਂਟਰੀ ਹੋ ਰਹੀ ਹੈ ਨਾ। ਸੋ ਇਫ ਯੂ ਹੈਵ ਅ ਟਿਕਟ ਜਾਂ ਇਫ ਯੂ ਹੈਵ ਅ ਪਾਸ, ਇਫ ਯੂ ਹੈਵ ਐਨ ਐਂਟਰੀ ਪਾਸ, ਇੱਦਾਂ ਵੀ ਕਹਿ ਸਕਦੇ ਹਾਂ। ਜੇ ਤੁਹਾਡੇ ਕੋਲ ਟਿਕਟ ਹੈ, ਯੂ ਕੈਨ ਗੋ ਇਨਸਾਈਡ, ਫਿਰ ਤੁਸੀਂ ਅੰਦਰ ਜਾ ਸਕਦੇ ਹੋ। ਠੀਕ ਹੈ। ਇੱਥੇ ਕੈਨ ਦਰਸਾਉਂਦਾ ਹੈ ਫਿਰ ਤੁਹਾਨੂੰ ਅੰਦਰ ਜਾਣ ਦੀ ਪਰਮਿਸ਼ਨ ਹੈ, ਅੰਦਰ ਜਾਣ ਦੀ ਇਜਾਜ਼ਤ ਹੈ। ਠੀਕ ਹੈ। ਸੋ ਇੱਥੇ ਕੈਨ ਦਰਸਾਉਂਦਾ ਹੈ ਪਰਮਿਸ਼ਨ। ਛੇਵਾਂ ਦੇਖੀਏ ਹੁਣ, ਯੂਅਰ ਫਾਦਰ ਇਜ਼ ਸਲੀਪਿੰਗ, ਤੁਹਾਡੇ ਪਿਤਾ ਜੀ ਸੌਂ ਰਹੇ ਹਨ ਜਾਂ ਸੁੱਤੇ ਹੋਏ ਹਨ। ਯੂ ਸ਼ੁੱਡ ਨਾਟ ਸਪੀਕ ਲਾਊਡਲੀ, ਤੁਹਾਨੂੰ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕਰਨੀ ਚਾਹੀਦੀ। ਸੋ ਇੱਥੇ ਸ਼ੁੱਡ ਕੀ ਦਰਸਾਉਂਦਾ ਹੈ? ਫਰਜ਼, ਓਬਲੀਗੇਸ਼ਨ ਜਾਂ ਡਿਊਟੀ। ਇਹ ਤੁਹਾਡਾ ਫਰਜ਼ ਬਣਦਾ ਹੈ ਵੀ ਤੁਹਾਡੇ ਪਿਤਾ ਜੀ ਕੰਮ ਤੋਂ ਆਏ ਨੇ, ਆਰਾਮ ਕਰ ਰਹੇ ਨੇ, ਥੋੜ੍ਹਾ ਆਰਾਮ ਕਰਕੇ ਉਹਨੇ ਫੇਰ ਜਾਣਾ ਹੈ। ਸੋ ਯੂ ਸ਼ੁੱਡ ਨਾਟ ਸਪੀਕ ਲਾਊਡਲੀ, ਸਪੀਕ ਬਣੇ ਬੋਲਣਾ, ਲਾਊਡਲੀ ਬਣੇ ਉੱਚੀ, ਅਤੇ ਤੁਹਾਨੂੰ ਉੱਚੀ ਉੱਚੀ ਗੱਲ ਨਹੀਂ ਕਰਨੀ ਚਾਹੀਦੀ ਤਾਂ ਕਿ ਉਹਨਾਂ ਦੀ ਨੀਂਦ ਦੇ ਵਿੱਚ ਖਲਲ ਨਾ ਪਵੇ। ਠੀਕ ਹੈ। ਹੁਣ ਇਹ ਦੇਖੋ ਜੇ ਸੱਤਵਾਂ ਜਿਹੜਾ ਹੈ ਇਹਨੂੰ ਬੜੇ ਧਿਆਨ ਨਾਲ ਸੁਣਿਓ। ਠੀਕ ਹੈ। ਹੁਣ ਇਹ ਸੀਗਾ, ਇਹਦੇ ਮੈਂ ਕਿੰਨੇ ਇਹ ਬਣਾ ਤੇ 2 4 6 ਬਣਾ ਦਿੱਤੇ ਨੇ। ਠੀਕ ਹੈ। ਇਹ 'ਚੋਂ ਸ਼ੁੱਡ ਅਤੇ ought to ਤੇ ਸੇਮ ਹੀ ਮੀਨਿੰਗ ਹੈਗਾ, ਇਹ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਾ। ਆਈ ਮਾਈਟ ਵਿਜ਼ਿਟ ਮਾਈ ਸਿਸਟਰ ਟਮੋਰੋ, ਮਾਈਟ ਫਿਰ ਤੁਹਾਨੂੰ ਦੱਸਿਆ ਕਿ ਜੇ 20/80 ਦੀ ਸੰਭਾਵਨਾ ਲੈ ਲਓ, ਮੈਂ ਸ਼ਾਇਦ ਆਪਣੀ ਭੈਣ ਦੇ ਕੱਲ੍ਹ ਜਾਵਾਂ। ਸ਼ਾਇਦ, ਸ਼ਾਇਦ ਇਹਦਾ ਲਮਕਾ ਕੇ ਮੈਂ ਆਪਣੀ ਭੈਣ ਦੇ ਘਰ ਸ਼ਾਇਦ ਕੱਲ੍ਹ ਜਾਵਾਂ, ਸ਼ਾਇਦ। ਠੀਕ ਹੈ। ਇਹ ਆ ਗਿਆ ਮਤਲਬ 20/80 ਮੰਨ ਲਓ ਵੀ ਸੰਭਾਵਨਾ ਤਾਂ ਹੈ ਪਰ ਥੋੜ੍ਹੀ ਬਹੁਤ ਘੱਟ ਹੈ ਵੀ ਜੇ ਕੋਈ ਸਾਰੇ ਕੰਮ ਮੇਰੇ ਸਮੇਂ ਸਿਰ ਨਿਬੜ ਗਏ, ਸਾਰਾ ਕੁਝ ਠੀਕ ਠਾਕ ਹੋ ਗਿਆ, ਸਾਰੀ ਗੱਲਾਂ ਉਹਦੇ ਹਿਸਾਬ ਨਾਲ ਹੋ ਗਈਆਂ, ਫਿਰ ਜੇ ਮੈਨੂੰ ਕੋਈ ਗੱਲ ਸਬੱਬ ਬਣਿਆ ਤਾਂ ਮੈਂ ਸ਼ਾਇਦ ਜਾਵਾਂਗਾ। ਅਤੇ ਇਹ ਮੇ ਥੋੜ੍ਹੀ ਸੰਭਾਵਨਾ ਜ਼ਿਆਦਾ ਹੋ ਜਾਂਦੀ ਹੈ, 50-50 ਕਹਿ ਲਓ। ਮਤਲਬ ਮੈਂ ਤੁਹਾਨੂੰ ਇੱਕ ਥੰਬ ਰੂਲ ਦੱਸ ਰਿਹਾ, ਮੋਟਾ ਮੋਟਾ ਅਸੂਲ ਦੱਸ ਰਿਹਾ। ਮਾਈਟ ਨੂੰ ਗੱਲ 20/80 ਵੀ 20% ਸੰਭਾਵਨਾ, ਇਹ ਮੇ ਮੰਨ ਲਓ 50-50। ਆਈ ਮੇ ਵਿਜ਼ਿਟ ਮਾਈ ਸਿਸਟਰ ਟਮੋਰੋ, ਹੁਣ ਮੈਂ ਕਿੱਦਾਂ ਕਹਾਂ, ਮੈਂ ਸ਼ਾਇਦ ਕੱਲ੍ਹ ਆਪਣੀ ਭੈਣ ਦੇ ਘਰ ਜਾਵਾਂ। ਹੁਣ ਦੇਖੋ ਇੱਥੇ ਸੀਗਾ ਮੈਂ ਸ਼ਾਇਦ ਕੱਲ੍ਹ ਆਪਣੀ ਭੈਣ ਦੇ ਘਰ ਜਾਵਾਂ, ਸ਼ਾਇਦ, ਸ਼ਾਇਦ ਨੂੰ ਲਮਕਾ ਕੇ, ਅਰਥਾਤ ਬਿਲਕੁਲ ਪੱਕਾ ਨਹੀਂ ਹੈਗਾ। ਅਤੇ ਆਈ ਮੇ ਵਿਜ਼ਿਟ ਮਾਈ ਸਿਸਟਰ ਟਮੋਰੋ, ਮੈਂ ਸ਼ਾਇਦ ਆਪਣੀ ਭੈਣ ਦੇ ਘਰ ਜਾਵਾਂ ਵੀ ਮੈਨੂੰ ਕਾਫੀ ਯਕੀਨ ਹੈ, ਹੋ ਸਕਦਾ ਕਿਤੇ ਗੱਲ ਨਾ ਬਣੇ ਤਾਂ ਨਾ ਜਾਵਾਂ, ਪਰ ਪੂਰੀ ਸੰਭਾਵਨਾ ਹੈਗੀ ਜਾਣ ਦੀ। ਠੀਕ ਹੈ। ਇੱਥੇ ਆ ਗਿਆ ਆਈ ਵਿਲ ਵਿਜ਼ਿਟ ਮਾਈ ਸਿਸਟਰ ਟਮੋਰੋ, ਵੀ ਪ੍ਰੋਗਰਾਮ ਪੱਕਾ ਹੈ, ਮੈਂ ਕੱਲ੍ਹ ਆਪਣੀ ਭੈਣ ਦੇ ਘਰ ਜਾਵਾਂਗਾ। ਮੇਰੀ ਪ੍ਰੋਗਰਾਮ ਪੱਕਾ ਹੈ, ਹੋਰ ਕੋਈ ਪ੍ਰੋਗਰਾਮ ਨਹੀਂ ਹੈਗਾ, ਸੰਭਾਵਨਾ ਕੋਈ ਨਹੀਂ ਹੈਗੀ। ਆਈ ਵਿਲ ਵਿਜ਼ਿਟ ਮਾਈ ਸਿਸਟਰ ਟਮੋਰੋ, ਕਿ ਕੱਲ੍ਹ ਮੈਂ ਆਪਣੀ ਭੈਣ ਦੇ ਘਰ ਜਾ ਰਿਹਾ ਹਾਂ। ਠੀਕ ਹੈ। ਫਿਰ ਆ ਗਿਆ ਆਈ ਸ਼ੁੱਡ ਵਿਜ਼ਿਟ ਮਾਈ ਸਿਸਟਰ ਟਮੋਰੋ, ਬੜਾ ਚਿਰ ਹੋ ਗਿਆ ਨਹੀਂ ਗਏ, ਜਾਂ ਸਿਸਟਰ ਦੇ ਘਰ ਕੋਈ ਪ੍ਰੋਗਰਾਮ ਹੈ, ਕੋਈ ਸਮਾਗਮ ਹੈਗਾ, ਕੋਈ ਸੁਖਮਨੀ ਸਾਹਿਬ ਦਾ ਪਾਠ ਰੱਖਿਆ ਜਾਂ ਕੋਈ ਹੋਰ ਪ੍ਰੋਗਰਾਮ ਹੈ, ਅਤੇ ਮੈਂ ਕਹਿੰਦਾ ਯਾਰ ਆਈ ਸ਼ੁੱਡ ਵਿਜ਼ਿਟ ਮਾਈ ਸਿਸਟਰ ਟਮੋਰੋ, ਕੱਲ੍ਹ ਮੈਨੂੰ ਆਪਣੀ ਭੈਣ ਦੇ ਘਰ ਜਾਣਾ ਚਾਹੀਦਾ ਹੈ। ਇਹ ਤਾਂ ਸ਼ੁੱਡ ਕੀ ਦਰਸਾਉਂਦਾ ਹੈ? ਇੱਕ ਫਰਜ਼ ਦਰਸਾਉਂਦਾ ਹੈ, ਇੱਕ ਡਿਊਟੀ, ਭਰਾ ਦੀ ਜਿੱਦਾਂ ਡਿਊਟੀ ਹੁੰਦੀ ਹੈ ਭੈਣ ਦੇ ਘਰ ਜਾਣ ਦੀ, ਉਹਦਾ ਭਾਵ ਹੈਗਾ। ਅਤੇ ਸ਼ੁੱਡ ਨੂੰ ought to ਵੀ ਆ ਜਾਂਦਾ। ought to ਥੋੜ੍ਹਾ ਹੋਰ ਵੀ ਜਿਹੜਾ ਕਹਿ ਲਓ ਕਿ ਸਤਿਕਾਰ ਦੀ ਭਾਵਨਾ ਦਿਖਾਉਂਦਾ ਹੈ। ਮੰਨ ਲਓ ਮੇਰੀ ਸਿਸਟਰ ਵੱਡੀ ਹੈ ਅਤੇ ਭਰਾ ਛੋਟਾ, ਅਤੇ ਕਹਿ ਸਕਦਾ ਆਈ ought to visit my sister tomorrow, ਵੀ ਮੈਨੂੰ ਯਾਰ ਆਪਣੀ ਭੈਣ ਦੇ ਘਰ ਜਾਣਾ ਚਾਹੀਦਾ, ਸੱਦਾ ਆਇਆ, ਸੁਖਮਨੀ ਸਾਹਿਬ ਦਾ ਪਾਠ ਰੱਖਿਆ ਹੈ, ਜਾਂ ਕੋਈ ਹੋਰ ਕੀਰਤਨ ਦਾ ਪ੍ਰੋਗਰਾਮ ਰੱਖਿਆ ਹੈ, ਜਾਂ ਕੋਈ ਹੋਰ ਸਮਾਗਮ ਹੈਗਾ, ਆਈ ought to visit my sister tomorrow। ਠੀਕ ਹੈ। ਫਿਰ ਇਹ ਕਿੱਦਾਂ ਆ ਗਿਆ? ਮਸਟ ਮਾਨੇ ਕੰਪਲਸ਼ਨ, ਮਜਬੂਰੀ ਹੋ ਗਈ, ਜਾਂ ਇੱਕ ਸਲਾਹ ਹੋ ਗਈ। ਮੰਨ ਲਓ ਕੋਈ ਹਾਦਸਾ ਵਾਪਰ ਗਿਆ, ਕੋਈ ਭਾਣਜਾ ਬਿਮਾਰ ਹੋ ਗਿਆ, ਜਾਂ ਸਿਸਟਰ ਨੂੰ ਕੋਈ ਘਰ ਐਮਰਜੈਂਸੀ ਆ ਗਈ, ਜਾਂ ਕੋਈ ਹੋਰ ਸਮੱਸਿਆ ਆ ਗਈ ਜਿੱਥੇ ਉਹਨੂੰ ਲੋੜ ਹੈਗੀ ਹੈ, ਅਤੇ ਫਿਰ ਅਸੀਂ ਕਹਾਂਗੇ ਆਈ ਮਸਟ ਵਿਜ਼ਿਟ ਮਾਈ ਸਿਸਟਰ ਟਮੋਰੋ, ਵੀ ਯਾਰ ਕੱਲ੍ਹ ਮੈਨੂੰ ਆਪਣੀ ਭੈਣ ਦੇ ਘਰ ਜ਼ਰੂਰ ਜਾਣਾ ਚਾਹੀਦਾ ਹੈ। ਹੁਣ ਦੇਖੋ ਇੱਥੇ ਹੈਗਾ ਆਈ ਸ਼ੁੱਡ ਵਿਜ਼ਿਟ ਮਾਈ ਸਿਸਟਰ ਟਮੋਰੋ, ਮੈਨੂੰ ਆਪਣੀ ਭੈਣ ਦੇ ਘਰ ਜਾਣਾ ਚਾਹੀਦਾ ਹੈ।
आई मस्ट विजिट माई सिस्टर टमारो, यार मैंने अपनी भैन के घर कल जरूर जाना चाहिए। ये हुण कल्ला फर्ज ही नहीं बन गया, एक लोड़ भी बन गई है, एक मजबूरी या कह लो एक अत जरूरी गल बन गई है। सो इस तरह बच्चों देखो माइट मे विल शुड ਇਹ ਸ਼ਬਦ ਵਰਤਣ ਦੇ ਨਾਲ ਕਿੱਦਾਂ ਜਿਹੜੇ ਅਰਥ ਨੇ ਉਹ ਬਦਲ ਜਾਂਦੇ ਨੇ। ਤੇ ਮੈਂ ਸਾਰੇ ਸੈਂਟੈਂਸਾਂ ਨੂੰ ਤੁਹਾਨੂੰ ਪੰਜਾਬੀ 'ਚ ਬੋਲ ਕੇ ਦੱਸਿਆ ਤਾਂ ਕਿ ਤੁਸੀਂ ਉਸਦੇ ਭਾਵ ਨੂੰ ਚੰਗੀ ਤਰ੍ਹਾਂ ਸਮਝ ਸਕੋ। ਬਾਕੀ ਜਿੱਦਾਂ ਮੈਂ ਪਹਿਲਾਂ ਵੀ ਕਹਿੰਦਾ ਬੱਚਿਓ, ਰੀਡਿੰਗ ਵੱਧ ਤੋਂ ਵੱਧ ਕਰੋ। ਜਿਵੇਂ ਜਿਵੇਂ ਰੀਡਿੰਗ ਕਰੀ ਜਾਓਗੇ, ਪੜ੍ਹੀ ਜਾਓਗੇ, ਇਹਨਾਂ ਗੱਲਾਂ ਦਾ ਜਿਹੜਾ ਇਹ ਭਾਵ ਨੇ ਤੁਹਾਡੇ ਦਿਮਾਗ 'ਚ ਆਟੋਮੈਟਿਕਲੀ ਵੀ ਬੈਠਦੇ ਜਾਣਗੇ। ਠੀਕ ਹੈ। ਹੁਣ ਆ ਗਈ ਐਕਸਰਸਾਈਜ਼ ਨੰਬਰ 8, ਕੰਪਲੀਟ ਦੀ ਫੋਲੋਇੰਗ ਕਨਵਰਸੇਸ਼ਨ। ਕਨਵਰਸੇਸ਼ਨ ਮੈਨੇ ਹੁੰਦਾ ਗੱਲਬਾਤ, ਵਾਰਤਾਲਾਪ, ਬਾਏ ਸਪਲਾਈਂਗ ਸੂਟੇਬਲ ਮੋਡਲਸ ਇਨ ਦੀ ਬਲੈਂਕਸ। ਜਿਹਦੇ ਵਿੱਚ ਉਹ ਜਿਹੜੇ ਵਾਰਤਾਲਾਪ ਹੈ ਉਹ ਖਾਲੀ ਥਾਂ ਦਿੱਤੇ ਨੇ, ਉਹਨਾਂ ਵਿੱਚ ਜਿਹੜੇ ਸੂਟੇਬਲ ਢੁਕਵੇਂ ਜਿਹੜੇ ਮੋਡਲਸ ਨੇ ਉਹ ਭਰਨੇ ਨੇ ਤੇ ਵਾਰਤਾਲਾਪ ਨੂੰ ਪੂਰਾ ਕਰਨਾ ਹੈ। ਠੀਕ ਹੈ। ਹੁਣ ਗੀਤਾ ਕਹਿੰਦੀ ਹੈ, ਇੱਥੇ ਮੈਂ ਭਰਿਆ ਵਿਲ ਯੂ ਹੈਲਪ ਮੀ ਵਿਦ ਸਮ ਮਨੀ, ਕੀ ਤੂੰ ਮੇਰੀ ਕੁਝ ਪੈਸੇ ਦੇ ਨਾਲ ਮਦਦ ਕਰੇਂਗੀ। ਇਹ ਵਿਲ ਹੈਗਾ, ਇਹ ਸਵਾਲ ਹੈ ਤੇ ਸਿੰਪਲ ਫਿਊਚਰ ਮਤਲਬ ਕਿ ਟੈਂਸ ਹੈਗਾ, ਸਿੰਪਲ ਫਿਊਚਰ ਟੈਂਸ ਵੀ ਕੀ ਤੂੰ ਮੇਰੀ ਪੈਸੇ ਨਾਲ ਕੋਈ ਮਦਦ ਕਰੇਂਗੀ। ਫਿਰ ਸੀਤਾ ਨੇ ਜਵਾਬ ਦਿੱਤਾ ਸਵਾਲ ਦੇ ਵਿੱਚ, ਕਹਿੰਦੀ ਹਾਊ ਮਚ ਡੂ ਯੂ ਨੀਡ, ਵੀ ਤੈਨੂੰ ਕਿੰਨੇ ਕੁ ਪੈਸੇ ਦੀ ਲੋੜ ਹੈਗੀ ਹੈ। ਨੀਡ ਮੈਨੇ ਲੋੜ, ਠੀਕ ਹੈ। ਹਾਊ ਮਚ ਮੈਨੇ ਕਿੰਨੇ, ਤੈਨੂੰ ਕਿੰਨੇ ਕੁ ਪੈਸੇ ਦੀ ਲੋੜ ਹੈਗੀ ਹੈ। ਫਿਰ ਗੀਤਾ ਕਹਿੰਦੀ ਆਈ ਕੈਨ ਡੂ। ਹੁਣ ਦੇਖੋ ਇਹ ਜਿਹੜਾ ਕੈਨ ਡੂ ਹੈ ਨਾ ਬੱਚਿਓ, ਇਹਦਾ ਮਤਲਬ ਕਿ ਸਾਰ ਲੈਣਾ, ਮੈਨੇਜ ਕਰਨਾ, ਮੇਰਾ ਸਰ ਜਾਏਗਾ। ਕਹਿੰਦੇ ਆਈ ਕੈਨ ਡੂ ਵਿਦ, ਕੈਨ ਡੂ ਵਿਦ ਮਤਲਬ ਕਿ ਸਰ ਜਾਏਗਾ। ਇਹਦੇ ਨਾਲ ਕਹਿੰਦੇ ਜਸਟ 200 ਰੁਪੀਜ਼, ਮੇਰਾ ਸਿਰਫ 200 ਰੁਪਏ ਦੇ ਨਾਲ ਸਰ ਜਾਏਗਾ। ਆਈ ਕੈਨ ਡੂ, ਆਈ ਕੈਨ ਮੈਨੇਜ ਇਹਦਾ ਮਤਲਬ। ਸੋ ਕੈਨ ਡੂ ਦਾ ਮਤਲਬ ਹੁੰਦਾ ਹੈ ਮੈਂ ਸਾਰ ਲਵਾਂਗੀ, ਮੈਂ ਸਾਰ ਸਕਦੀ ਹਾਂ। ਠੀਕ ਹੈ ਨਾ। ਆਈ ਕੈਨ ਡੂ ਵਿਦ ਜਸਟ 200 ਰੁਪੀਜ਼, ਮੈਂ ਬਸ 200 ਰੁਪਏ ਨਾਲ ਸਾਰ ਸਕਦੀ ਹਾਂ, ਇਹਦਾ ਇਹ ਮਤਲਬ ਹੋਇਆ। ਫਿਰ ਸੀਤਾ ਅੱਗੇ ਕਹਿੰਦੀ ਹੈ, ਕਹਿੰਦੇ ਵਿਲ ਇਟ ਬੀ ਫਾਈਨ, ਕੀ ਇੱਦਾਂ ਠੀਕ ਰਹੇਗਾ। ਇਫ ਆਈ ਗਿਵ ਯੂ ਅ ਚੈੱਕ, ਕਿ ਮੈਂ ਤੈਨੂੰ 200 ਰੁਪਏ ਦੇ ਮੇਰੇ ਕੋਲ ਪੈਸੇ ਤੇ ਨਹੀਂ ਹੈਗੇ, ਜੇ ਤੈਨੂੰ ਮੈਂ ਚੈੱਕ ਦੇ ਦੇਵਾਂ। ਵਿਲ ਇਟ ਬੀ ਫਾਈਨ, ਫਾਈਨ ਦੀ ਜਗ੍ਹਾ ਓਕੇ ਵੀ ਕਹਿ ਸਕਦੇ ਹਾਂ। ਵਿਲ ਇਟ ਬੀ ਓਕੇ, ਕਿ ਇੱਦਾਂ ਠੀਕ ਰਹੇਗਾ ਕਿ ਮੈਂ ਤੈਨੂੰ 100 ਦੇ 2 ਨੋਟ ਨਾ ਦੇ ਕੇ ਤੈਨੂੰ ਚੈੱਕ ਦੇ ਦੇਵਾਂ। ਤੇ ਫਿਰ ਗੀਤਾ ਅੱਗੇ ਕਹਿੰਦੀ ਹੈ ਕੈਨ ਆਈ ਗੈਟ ਇਟ, ਗੈਟ ਇਟ, ਇਟ ਕੀ ਹੈਗਾ, ਇਹ ਚੈੱਕ, ਵੀ ਜਿਹੜਾ ਤੂੰ ਚੈੱਕ ਦੇਂਗੀ ਕੈਨ ਆਈ ਗੈਟ ਇਟ ਇਨ ਕੈਸ਼ਡ। ਇਨ ਕੈਸ਼ ਮੈਨੇ ਉਹਨੂੰ ਤੋੜਾ ਸਕਦੀ ਹਾਂ, ਉਹਨੂੰ ਭੁਨਾ ਸਕਦੀ ਹਾਂ, ਅਰਥਾਤ ਚੈੱਕ ਦੇ ਵੱਟੇ ਬੈਂਕ 'ਚ ਜਾ ਕੇ ਪੈਸੇ ਅੱਜ ਹੀ ਲੈ ਸਕਦੀ ਹਾਂ। ਵੀ ਤੂੰ ਮੈਨੂੰ ਚੈੱਕ ਦੀ ਤਰੀਕ ਅੱਜ ਦੀ ਪਾਏਂਗੀ, ਇਹ ਤਾਂ ਨਹੀਂ ਵੀ ਕੱਲ੍ਹ ਦੀ ਦੇਣੇ, ਕੱਲ੍ਹ ਦੀ ਤਰੀਕ ਦੇਣੇ, ਵੀ ਮੈਨੂੰ ਪੈਸੇ ਅੱਜ ਲੋੜ ਹੈ। ਸੋ ਕਹਿੰਦੀ ਵੀ ਕੈਨ ਆਈ ਗੈਟ ਇਟ ਇਨ ਕੈਸ਼ ਟੂਡੇ, ਵੀ ਜਿਹੜਾ ਤੂੰ ਚੈੱਕ ਦੇਂਗੀ ਕੀ ਮੈਂ ਉਹਨੂੰ ਅੱਜ ਹੀ ਕੈਸ਼ ਕਰਵਾ ਸਕਦੀ ਹਾਂ। ਫਿਰ ਸੀਤਾ ਕਹਿੰਦੀ ਵਾਈ ਨਾਟ, ਕਿਉਂ ਨਹੀਂ। ਬਟ ਯੂ ਮਸਟ ਗੋ ਟੂ ਦੀ ਬੈਂਕ ਸੂਨ, ਪਰ ਤੈਨੂੰ ਬੈਂਕ ਛੇਤੀ ਜਾਣਾ ਪਏਗਾ। ਯੂ ਮਸਟ ਗੋ, ਜਾਣਾ ਪਏਗਾ। ਹੁਣ ਇਹ ਕਿਸਮ ਦੀ ਕੀ ਹੋ ਗਈ, ਇਹ ਐਮਰਜੈਂਸੀ ਹੋ ਗਈ, ਕੰਪਲਸ਼ਨ ਹੋ ਗਈ, ਇੱਕ ਗੱਲ ਜ਼ਰੂਰੀ ਹੋ ਗਈ। ਤੇ ਅਸੀਂ ਜੇ ਮਸਟ ਨਹੀਂ ਕਹਿਣਾ ਚਾਹੁੰਦੇ, ਮਸਟ ਕਈ ਵਾਰ ਟੋਨ ਥੋੜੀ ਸਖਤ ਲੱਗਦੀ ਹੈ, ਤੇ ਅਸੀਂ ਇਹ ਵੀ ਕਹਿ ਸਕਦੇ ਵਿਲ ਹੈਵ ਟੂ ਗੋ, ਬਟ ਯੂ ਵਿਲ ਹੈਵ ਟੂ ਗੋ, ਤੈਨੂੰ ਜਾਣਾ ਪਏਗਾ ਬੈਂਕ ਸੂਨ, ਛੇਤੀ। ਐਜ਼ ਮੈਨੇ ਕਿਉਂਕਿ, ਇਟ ਇਜ਼ ਆਲਰੇਡੀ 12:30, ਕਿਉਂਕਿ ਪਹਿਲਾਂ ਹੀ 12:30 ਹੋ ਗਏ ਹਨ। ਦੀ ਬੈਂਕ ਵਿਲ ਕਲੋਜ਼, ਹੁਣ ਦੇਖੋ ਵਿਲ ਆਏਗਾ, ਸਿੰਪਲ ਫਿਊਚਰ ਟੈਂਸ ਆ ਗਿਆ, ਕਲੋਜ਼ ਬੰਦ ਹੋ ਜਾਏਗਾ ਐਟ 1 PM, ਅੱਧਾ ਘੰਟਾ ਬਚਿਆ। ਕਹਿੰਦੀ 12:30 ਹੋ ਗਏ ਨੇ ਤੇ 1 PM ਮਤਲਬ ਦੁਪਹਿਰ ਦਾ 1 ਵਜੇ ਟੁਡੇ, ਕਿਉਂਕਿ ਜਿਹੜਾ ਬੈਂਕ ਹੈਗਾ ਉਹ 1 ਵਜੇ ਅੱਜ ਬੰਦ ਹੋ ਜਾਏਗਾ। ਵਾਈ ਨਾਟ, ਉਹ ਕਹਿੰਦੇ ਨੇ ਕੈਨ ਆਈ ਗੈਟ ਇਟ ਇਨ ਕੈਸ਼ ਟੁਡੇ, ਕਿ ਮੈਂ ਇਸ ਚੈੱਕ ਦੇ ਵੱਟੇ ਜੋ ਕੈਸ਼ ਹੈਗੀ ਲੈ ਸਕਦੀ ਹਾਂ। ਕਹਿੰਦੀ ਵਾਈ ਨਾਟ, ਕਿਉਂ ਨਹੀਂ। ਬਟ ਯੂ ਮਸਟ ਗੋ ਟੂ ਦੀ ਬੈਂਕ ਸੂਨ, ਪਰ ਤੈਨੂੰ ਬੈਂਕ ਛੇਤੀ ਜਾਣਾ ਚਾਹੀਦਾ ਹੈ। ਐਜ਼, ਕਿਉਂਕਿ ਇਟ ਇਜ਼ ਆਲਰੇਡੀ 12:30, ਕਿਉਂਕਿ ਪਹਿਲਾਂ ਹੀ 12:30 ਹੋ ਗਏ ਨੇ। ਦੀ ਬੈਂਕ ਵਿਲ ਕਲੋਜ਼ ਐਟ 1 PM ਟੂਡੇ, ਤੇ ਜਿਹੜਾ ਬੈਂਕ ਹੈਗਾ ਉਹ ਅੱਜ 1 ਵਜੇ ਬੰਦ ਹੋ ਜਾਏਗਾ। ਠੀਕ ਹੈ। ਸੀਤਾ ਉਹ ਫਿਰ ਕੀ ਕਹਿੰਦੀ ਹੈ, ਕਹਿੰਦੀ ਪਲੀਜ਼ ਰਾਈਟ ਦੀ ਚੈੱਕ। ਹੁਣ ਦੇਖੋ ਇਹ ਬੱਚੇ ਤੁਹਾਨੂੰ ਨਾ ਅੰਗਰੇਜ਼ੀ ਦਾ ਪਤਾ ਲੱਗਦਾ ਹੈ ਵੀ ਚੈੱਕ ਰਾਈਟ ਕੀਤਾ ਜਾਂਦਾ ਹੈ। ਠੀਕ ਹੈ ਨਾ। ਪਲੀਜ਼ ਰਾਈਟ ਦੀ ਚੈੱਕ, ਫਿਰ ਤੂੰ ਛੇਤੀ ਚੈੱਕ ਭਰ ਦੇ। ਅਸੀਂ ਕਹਿੰਦੇ ਚੈੱਕ ਭਰਨਾ, ਤੇ ਫਿਲਅਪ ਦਾ ਚੈੱਕ ਨਹੀਂ ਕਵਾਂਗੇ, ਅਸੀਂ ਰਾਈਟ ਦੀ ਚੈੱਕ ਕਰਨੇ ਆ। ਸੋ ਪਲੀਜ਼ ਰਾਈਟ ਦੀ ਚੈੱਕ ਐਟ ਵੰਸ, ਐਟ ਵੰਸ ਮੈਨੇ ਹੁਣੇ ਹੀ, ਬਿਨਾਂ ਦੇਰੀ ਕੀਤੇ, ਯਕਦਮ। ਜਦੋਂ ਇੱਦਾਂ ਕਹਿਣਾ ਹੋਵੇ ਨਾ ਐਟ ਵੰਸ, ਬਿਨਾਂ ਦੇਰੀ ਕੀਤੇ, ਹੁਣੇ ਹੀ। ਉਹ ਕਹਿੰਦੀ ਪਲੀਜ਼ ਰਾਈਟ ਦੀ ਚੈੱਕ ਐਟ ਵੰਸ, ਕਿਉਂਕਿ ਟਾਈਮ ਥੋੜ੍ਹਾ ਹੈਗਾ। ਕਹਿੰਦੀ ਛੇਤੀ ਤੂੰ ਚੈੱਕ ਭਰ ਦੇ, ਹੁਣੇ ਹੀ ਚੈੱਕ ਭਰ ਦੇ। ਆਈ ਮਸਟ ਰਸ਼, ਰਸ਼ ਮੈਨੇ ਵੀ ਨੇਰੀ ਵਾਂਗੂ ਜਾਣਾ, ਦੌੜਨਾ,
ਭਜਣਾ। I must rush to the bank just now, ਮੈਨੂੰ ਹੁਣੇ ਫਿਰ ਬੈਂਕ ਵੱਲ ਭਜਣਾ ਚਾਹੀਦਾ ਹੈ, ਬੈਂਕ ਵੱਲ ਰਸ਼ ਕਰਨਾ ਚਾਹੀਦਾ ਹੈ, ਬੈਂਕ ਵਾਲੇ ਪਾਸੇ ਦੌੜਨਾ ਚਾਹੀਦਾ ਹੈ। ਠੀਕ ਹੈ, ਸੋ ਇਹ ਹੋ ਗਈ ਤੁਹਾਡੀ ਐਕਸਰਸਾਈਜ਼ ਨੰਬਰ 8। ਆਓ ਹੁਣ ਅਗਲੀ ਕਰੀਏ 9। ਐਕਸਰਸਾਈਜ਼ ਨੰਬਰ 9, ਫਿਲ ਇਨ ਦੀ ਬਲੈਂਕਸ ਵਿਦ ਐਪਰੋਪ੍ਰੀਏਟ ਮੋਡਲਸ। ਢੁਕਵੇਂ ਮੋਡਲਸ ਦੇ ਨਾਲ ਹੇਠ ਲਿਖੇ ਜਿਹੜੇ ਆਪਣਾ ਖਾਲੀ ਥਾਂ ਨੇ ਉਹਨੂੰ ਭਰੋ। He said that it might be true। ਹੁਣ ਬੱਚੋ may ਔਰ might ਚੋਂ ਚੂਜ਼ ਕਰਨਾ ਸੀ, may ਨਹੀਂ ਆ ਸਕਦਾ, ਕਿਉਂ? ਇਹ ਦੇਖੋ ਇਹਦੀ ਹਿੰਟ ਕੀ ਹੈ, ਇਹ ਤੇ said ਹੈਗਾ, ਤੇ said ਕੀ ਹੈਗਾ, say ਦਾ past tense ਹੈਗਾ, ਸੋ said ਕਰਕੇ ਮੈਂ may ਦਾ past tense ਵਰਤਿਆ might। ਠੀਕ ਹੈ, ਸੋ ਇਹਨੂੰ ਇਹਦੇ ਨਾਲ ਜੋੜਨ ਲਈ, ਇਹਦਾ ਮੇਲ ਕਰਨ ਲਈ, ਐਗਰੀਮੈਂਟ ਕਰਨ ਲਈ ਆਪਾਂ might ਭਰਿਆ। ਠੀਕ ਹੈ, ਇਸੇ ਤਰ੍ਹਾਂ will ਦਾ would ਬਣ ਜਾਂਦਾ, will ਦਾ would, shall ਦਾ should ਬਣ ਜਾਂਦਾ, ਤੇ can ਦਾ could ਵੀ ਬਣ ਜਾਂਦਾ, ਤੇ may ਦਾ might ਵੀ ਹੋ ਜਾਂਦਾ ਜਦੋਂ ਪਾਸਟ ਟੈਂਸ ਦੀ ਗੱਲ ਹੋਵੇ। ਹੀ ਸੈਡ, ਉਹਨੇ ਕਿਹਾ, that it might be true, ਕਿ ਇਹ ਗੱਲ ਸ਼ਾਇਦ ਸੱਚ ਹੋਵੇ। ਸੋ ਇੱਥੇ might ਇਹ ਸੈਡ ਕਰਕੇ may ਦਾ might ਬਣਿਆ, ਪਾਸਟ ਟੈਂਸ ਬਣਿਆ। ਠੀਕ ਹੈ, he would enter the college next year, ਅਗਲੇ ਸਾਲ ਸ਼ਾਇਦ ਉਹ ਕਾਲਜ ਚਲਾ ਜਾਏਗਾ। ਇੱਥੇ would ਕੀ ਦਰਸਾਉਂਦਾ ਬੱਚਿਓ, would ਦਰਸਾਉਂਦਾ probability, probability ਮਾਨੇ ਸੰਭਾਵਨਾ। ਕਹਿੰਦਾ ਸ਼ਾਇਦ ਅਗਲੇ ਸਾਲ ਉਹ ਕਾਲਜ ਵਿੱਚ ਪ੍ਰਵੇਸ਼ ਕਰ ਜਾਏਗਾ, ਕਾਲਜ 'ਚ ਦਾਖਲਾ ਲੈ ਜਾਏਗਾ। ਸੋ would ਜਿਹੜਾ ਬੱਚਿਓ ਇਹ ਇੱਕ ਸੰਭਾਵਨਾ ਵੀ ਦਰਸਾਉਂਦਾ ਹੈ। ਸੋ ਹੀ ਵੁੱਡ ਐਂਟਰ ਦੀ ਕਾਲਜ ਨੈਕਸਟ ਈਅਰ। ਠੀਕ ਹੈ, ਹੁਣ ਦੇਖੋ ਇਹ ਸੀਤਾ, ਇਹਦੇ ਵਿੱਚ 3 ਬਣਾਏ ਨੇ ਤੇ ਇਹਨਾਂ ਦੇ ਅਰਥ ਅਲੱਗ-ਅਲੱਗ ਬਣ ਜਾਣਗੇ। ਧਿਆਨ ਨਾਲ ਦੇਖਿਓ, ਸੁਣਿਓ ਧਿਆਨ ਦੇ ਨਾਲ ਵੀ ਅਰਥਾਂ 'ਚ ਕਿੱਦਾਂ ਫਰਕ ਪੈ ਜਾਂਦਾ ਹੈ। ਸੀਤਾ ਵਿਲ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਮਤਲਬ ਪੱਕਾ ਯਕੀਨ ਹੈ ਸੀਤਾ ਦੀ ਟੱਕਰ ਤੇ ਕੋਈ ਹੈ ਨਹੀਂ, ਉਹਨੇ ਬੜੀ ਡਟ ਕੇ ਮਿਹਨਤ ਕੀਤੀ ਹੋਈ ਹੈ, ਤੇ ਉਹਦੇ ਜਿਹੜੇ ਮੌਕ ਟੈਸਟ ਹੈਗੇ ਨੇ ਉਹ ਕਰਾ ਕੇ ਦੇਖ ਲਏ ਨੇ, ਬੜੇ ਵਧੀਆ, ਸਾਰੇ ਘੁਮਾ ਫਿਰਾ ਕੇ ਸਾਰੇ ਟੈਸਟਾਂ ਦੀ ਪ੍ਰੈਕਟਿਸ ਕਰ ਲਈ ਹੈ, ਤੇ ਉਹ ਬਾਕੀ ਉਹਦੇ ਸਾਥੀਆਂ ਤੋਂ ਉਹ ਬਹੁਤ ਅੱਗੇ ਹੈਗੀ ਹੈ। ਤੇ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਸੀਤਾ ਵਿਲ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਕਿ ਜਿਹੜੀ ਸੀਤਾ ਹੈਗੀ ਹੈ ਨਾ ਉਹ ਅੰਗਰੇਜ਼ੀ ਦੇ ਵਿੱਚ ਪਹਿਲਾ ਥਾਂ ਲੈ ਲਏਗੀ, ਪਹਿਲਾ ਇਨਾਮ ਪ੍ਰਾਪਤ ਕਰ ਲਏਗੀ। ਠੀਕ ਹੈ, ਇਹ ਪੱਕਾ ਹੋ ਗਿਆ। ਹੁਣ ਦੇਖੋ ਮੰਨ ਲਓ ਇੱਕ ਸਿਚੁਏਸ਼ਨ ਐਸੀ ਲੈ ਲਈਏ ਕਿ ਸੀਤਾ ਦੇ ਨਾਲ ਗੀਤਾ ਵੀ ਟੱਕਰ ਤੇ ਹੈਗੀ ਹੈ, ਲਾਗੇ ਛਾਗੇ, ਕਦੀ ਸੀਤਾ ਉੱਪਰ ਹੋ ਗਈ, ਪਹਿਲੇ ਤੇ ਆ ਗਈ, ਕਦੀ ਗੀਤਾ ਪਹਿਲੇ ਤੇ ਆ ਗਈ, ਤੇ ਹੁਣ ਬਰਾਬਰ ਦੀ ਕਾਂਟੇ ਦੀ ਟੱਕਰ ਹੈਗੀ ਹੈ। ਤੇ ਫਿਰ ਸੀ ਕਿਉਂ ਸੀਤਾ ਮੇ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਸ਼ਾਇਦ ਸੀਤਾ ਜਿਹੜੀ ਹੈ ਅੰਗਰੇਜ਼ੀ ਦਾ ਪਹਿਲਾ ਇਨਾਮ ਜਿੱਤ ਜਾਵੇ, ਸ਼ਾਇਦ। ਹੁਣ ਥੋੜਾ ਸ਼ਾਇਦ ਆ ਗਿਆ। ਵਿਲ ਦਾ ਮਤਲਬ ਪੱਕਾ ਯਕੀਨ ਹੈ, ਮੇ ਦਾ ਮਤਲਬ ਥੋੜੀ ਮਤਲਬ ਕਿ ਸ਼ਾਇਦ ਨਾ ਵੀ ਆਵੇ, ਸ਼ਾਇਦ ਦੂਜੇ ਥਾਂ ਤੇ ਆਵੇ, ਸ਼ਾਇਦ ਦੂਜਾ ਪ੍ਰਾਈਜ਼ ਜਿੱਤੇ, ਸ਼ਾਇਦ ਪਹਿਲਾ ਪ੍ਰਾਈਜ਼ ਜਿੱਤੇ। ਹੁਣ ਦੇਖੋ ਇਹ ਜਿਹੜਾ ਹੈ ਇਹਨੂੰ ਧਿਆਨ ਦਿਓ, ਸੀਤਾ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼। ਅਸੀਂ ਆਮ ਤੌਰ ਤੇ ਕਹਿੰਦੇ ਵੀ ਇਹ ਮੁੰਡੇ ਦਾ ਦਿਮਾਗ ਤੇ ਬੜਾ ਤੇਜ਼ ਹੈ ਪਰ ਪੜ੍ਹਦਾ ਨਹੀਂ ਹੈਗਾ, ਕੁੜੀ ਦਾ ਦਿਮਾਗ ਤੇ ਤੇਜ਼, ਪੜ੍ਹਦਾ ਨਹੀਂ। ਸਾਰੇ ਮਾਪੇ ਜ਼ਿਆਦਾਤਰ ਆਪਣੇ ਨਿਆਣਿਆਂ ਬਾਰੇ ਇਹੀ ਭੁਲੇਖਾ ਹੁੰਦਾ ਹੈ ਵੀ ਦਿਮਾਗ ਬੜਾ ਤੇਜ਼, ਵੀ ਦਿਮਾਗ ਤੇ ਸਾਰਿਆਂ ਦਾ ਤੇਜ਼ ਹੈਗਾ ਹੀ ਹੈ, ਜਿੱਦਾਂ ਹੱਥ ਪੈਰ ਸਾਰਿਆਂ ਦੇ ਰੱਬ ਨੇ ਦਿੱਤੇ ਨੇ, ਪਰ ਸਾਰੇ ਦੇ ਕੰਮ ਨਹੀਂ ਕਰਦੇ, ਸਾਰੇ ਉੱਦਮ ਨਹੀਂ ਕਰਦੇ। ਬੜੇ ਬੰਦੇ ਨੇ ਸੌਂ ਕੇ ਗਵਾ ਦਿੰਦੇ ਨੇ, ਖਾ ਕੇ ਗਵਾ ਦਿੰਦੇ ਨੇ, ਉੱਦਮ ਤੇ ਕੋਈ ਕਰਦੇ ਨੇ। ਇਸੇ ਤਰ੍ਹਾਂ ਦਿਮਾਗ ਤੇ ਸਾਰਿਆਂ ਦਾ ਹੀ ਤੇਜ਼ ਹੁੰਦਾ ਹੈ, ਤੇ ਸਾਰੇ ਮਾਪੇ ਨੂੰ ਭੁਲੇਖਾ ਕਿ ਸਾਡੇ ਨਿਆਣੇ ਦਾ ਦਿਮਾਗ ਬੜਾ ਤੇਜ਼ ਹੈਗਾ, ਪਰ ਗੱਲ ਐਵੇਂ ਕਿ ਉਹਨੂੰ ਵਰਤਦਾ ਕਿੰਨੇ ਨੇ। ਠੀਕ ਹੈ ਨਾ, ਜ਼ਿਆਦਾਤਰ ਤੇ ਅਸੀਂ ਆਪਣਾ ਟਾਈਮ ਪਾਸ ਵਿੱਚ ਹੀ ਗੱਪਾਂ ਮਾਰਨ 'ਚ, ਟੀਵੀ ਦੇਖਣ 'ਚ ਜਾਂ ਹੋਰ ਫਾਲਤੂ ਦੇ ਕੰਮਾਂ 'ਚ ਅਸੀਂ ਆਪਣਾ ਜਿਹੜਾ ਜੀਵਨ ਹੈ ਗਵਾ ਦਿੰਦੇ ਹਾਂ। ਹੁਣ ਇਹ ਸਿਚੁਏਸ਼ਨ ਇੱਦਾਂ ਹੋਵੇ ਕਿ ਕਹਿੰਦੇ ਸੀਤਾ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਵੀ ਸੀਤਾ ਪੜ੍ਹਦੀ ਤੇ ਹੈ ਪਰ ਪੂਰਾ ਮਨ ਲਾ ਕੇ ਨਹੀਂ ਪੜ੍ਹਦੀ, ਪੂਰੀ ਮਿਹਨਤ ਨਹੀਂ ਕਰਦੀ। ਸੋ ਉਹ ਕਹਿੰਦੇ ਨੇ ਵੀ ਹੁਣ ਸਿਚੁਏਸ਼ਨ ਇੱਦਾਂ ਦੀ ਬਣ ਗਈ, ਸ਼ਰਤ ਵਾਲੀ ਵੀ ਕੰਡੀਸ਼ਨ ਬਣ ਗਈ ਵੀ ਜੇ ਸੀਤਾ ਪੜ੍ਹੇ, ਜੇ ਨੇਮ ਨਾਲ ਪੜ੍ਹੇ, ਜੇ 1 ਘੰਟਾ ਐਕਸਟਰਾ ਪੜ੍ਹੇ ਰੋਜ਼, ਠੀਕ ਹੈ, ਫਿਰ ਕੀ ਹੋਏਗਾ, ਸੀਤਾ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਵੀ ਉਹਦੇ 'ਚ ਸਮਰੱਥਾ ਹੈ ਪਰ ਉਹ ਸਮਰੱਥਾ ਦੀ ਪੂਰੀ ਵਰਤੋਂ ਨਹੀਂ ਕਰਦੀ ਪਈ। ਤੇ ਇੱਥੇ ਇਹਦਾ ਆ ਜਾਏਗਾ ਸ਼ੀ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਵੀ ਇਫ ਸ਼ੀ ਵਾਂਟਸ, ਇਫ ਸ਼ੀ ਇਜ਼ ਵਿਲਿੰਗ, ਇਫ ਸ਼ੀ ਵਰਕਸ ਹਾਰਡ, ਜੇ ਉਹ ਕੰਮ ਕਰੇ, ਜੇ ਮਿਹਨਤ ਕਰੇ, ਵੀ ਸੀਤਾ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਵੀ ਇਹ ਉਹਦੀ ਸਮਰੱਥਾ ਦੇ ਘੇਰੇ ਵਿੱਚ ਹੈ, ਉਹਦੀ ਸਮਰੱਥਾ ਤੋਂ ਬਾਹਰ ਨਹੀਂ ਆਇਆ। ਜਿੱਦਾਂ ਹਰ ਬੰਦਾ ਸਿੰਗਰ ਨਹੀਂ ਬਣ ਸਕਦਾ, ਅਸੀਂ ਮੰਨਦੇ ਵੀ ਚਲੋ ਕਈ ਬੱਚੇ ਇਹੋ ਜਿਹੇ ਹੁੰਦੇ ਨੇ ਵੀ ਜੇ ਉਹ ਜਿੰਨਾ ਵੀ ਜ਼ੋਰ ਮਰਜ਼ੀ ਲਾ ਲੈਣ ਵੀ ਉੱਥੇ ਨਹੀਂ ਪਹੁੰਚ ਸਕਦੇ, ਤੇ ਪਰ ਇਹ ਕਹਿੰਦੇ ਸੀਤਾ ਉਹਦੇ ਲਾਗੇ ਛਾਗੇ ਤੇ ਹੈ, ਇਹ ਪਹਿਲੇ 5, ਇਹਦੇ ਨੰਬਰ ਪਹਿਲੇ ਟੌਪ ਦੇ 5 ਵਿਦਿਆਰਥੀਆਂ ਵਿੱਚ ਆਉਂਦੇ ਨੇ, ਤੇ ਜੇ ਚਾਹੇ ਤੇ ਸ਼ੀ ਕੈਨ ਵਿਨ ਦੀ ਫਸਟ ਪ੍ਰਾਈਜ਼ ਇਨ ਇੰਗਲਿਸ਼, ਵੀ ਸੀਤਾ ਅੰਗਰੇਜ਼ੀ ਵਿੱਚ ਪਹਿਲਾ ਇਨਾਮ ਜਿੱਤ ਸਕਦੀ ਹੈ। ਇੱਥੇ ਹੈ ਸ਼ਾਇਦ ਜਿੱਤ ਜਾਏ, ਤੇ ਇੱਥੇ ਹੈਗਾ ਜਿੱਤੇਗੀ। ਠੀਕ ਹੈ, ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ ਵਿਲ, ਮੇ, ਕੈਨ, ਇਹ ਜਿਹੜੇ ਮੋਡਲਸ ਨੇ ਇਹਨੂੰ ਚੇਂਜ ਕਰਕੇ ਸ਼ਬਦਾਂ ਦੇ ਅਰਥ ਕਿੱਦਾਂ ਬਦਲ ਜਾਂਦੇ ਨੇ। ਇਹ ਗੱਲਾਂ ਨੂੰ ਬੜੇ ਧਿਆਨ ਨਾਲ ਸੁਣੋ ਤੇ ਆਪਣੇ ਦਿਮਾਗ ਵਿੱਚ ਬਿਠਾਓ ਤੇ ਇਹਨਾਂ ਦਾ ਅਭਿਆਸ ਕਰੋ। ਫਿਰ ਅਗਲਾ ਆ ਗਿਆ ਮੇ ਯੂ ਲਿਵ ਲੌਂਗ ਟੂ ਐਂਜੋਏ ਇਟ। ਸੋ ਇੱਥੇ ਜਿੱਥੇ ਬੱਚੇ ਐਕਸਕਲੇਮੇਸ਼ਨ ਮਾਰ ਕੇ ਉੱਥੇ
मे आने की पूरी पूरी संभावना होंदी है। मे जदों मैं तुहानूं दस्सिया जदों असीसां देणियां होण किसी नूं, है ना, मे यू लिव लॉन्ग टू एंजॉय इट। एंजॉय इट मने कोई नूं गड्डी मिली है, खरीदी है, या घर बनाया उन्हें, कहंदे रब करे तू लंबी उम्र भोगे ਇਹਦਾ आनंद लैण लई, ਇਹਦਾ आनंद लैण लई, किहदा आनंद लैण लई? भी ਜਿਹੜੀ चीज़ तू खरीदी है या बनाई है ना, मे यू लिव लॉन्ग, रब तैनूं वाहिगुरू तैनूं लंबियां लंबियां उम्रां बख्शे ਇਹਦਾ आनंद माणन ਲਈ। ठीक है, सो ਇਹ एक ਅਰਦਾਸ ਹੈ ਉਹਦੇ ਲਈ, ਇੱਕ ਅਸੀਸ ਹੈਗੀ ਹੈ, ਇੱਕ ਸ਼ੁਭ ਕਾਮਨਾ ਹੈ, ਤੇ ਉਹਦੇ ਅੱਗੇ ਹਮੇਸ਼ਾ ਮੇ ਆਉਂਦਾ ਹੈ। ਠੀਕ ਹੈ, ਆਈ ਕੈਨ ਸਪੀਕ ਇੰਗਲਿਸ਼। ਜਦੋਂ ਬੰਦਾ ਕੋਈ, ਮੈਂ ਜਿੱਦਾਂ ਕਈ ਵਾਰ ਅਸੀਂ ਜਾਂਦੇ ਸੀਗੇ ਜਹਾਜ਼ ਤੇ ਜੁਆਇਨ ਕਰਨ ਲੱਗੇ ਤੇ 에ਅਰਪੋਰਟ ਤੇ ਜਾਣਾ, ਤੇ ਉੱਥੇ ਆਪਣੇ ਕਈ ਬੰਦੇ ਦੂਜੇ ਪੰਜਾਬੀ ਮਿਲ ਜਾਂਦੇ ਨੇ, ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ, ਤੇ ਕਈ ਵਾਰ 에ਅਰਪੋਰਟ ਵਾਲੇ ਬੰਦੇ ਉਹ ਹੋਰ ਪੱਗ ਵਾਲੇ ਨੂੰ ਦੇਖ ਕੇ ਪੁੱਛ ਲੈਂਦੇ ਨੇ ਵੀ ਕੈਨ ਯੂ ਸਪੀਕ ਇੰਗਲਿਸ਼, ਕੈਨ ਯੂ ਹੈਲਪ ਮੀ। ਤੇ ਉਹ ਫਿਰ ਕੀ ਕਰਦਾ, ਫਿਰ ਅਸੀਂ ਉਹਦੀ ਟਰਾਂਸਲੇਸ਼ਨ ਕਰਦੇ ਸੀ, ਅਸੀਂ ਉਹ ਆਪਣੇ ਭਾਜੀ ਨੂੰ ਪੁੱਛ ਲਈਦਾ ਸੀ, ਭਾਜੀ ਦੱਸੋ ਕੀ ਸਮੱਸਿਆ, ਤੇ ਉਹ ਪੰਜਾਬੀ 'ਚ ਬੋਲ ਦਿੰਦੇ ਸੀਗੇ, ਅਸੀਂ ਉਹਨਾਂ ਨੂੰ ਅੰਗਰੇਜ਼ੀ 'ਚ ਟਰਾਂਸਲੇਸ਼ਨ ਕਰ ਦਿੰਦੇ ਸੀਗੇ। ਤੇ ਜਿਹੜਾ 에ਅਰਪੋਰਟ ਦਾ ਬੰਦਾ ਕੋਈ ਹੈਗਾ ਜਿੱਥੇ ਬਾਹਰ, ਖਾਸ ਤੌਰ 'ਤੇ ਇੰਡੀਆ ਵਿੱਚ ਤੇ ਨਹੀਂ, ਮੈਂ ਜਦੋਂ ਕਿਤੇ ਬਾਹਰ ਕਿਤੇ ਸਾਨੂੰ ਬੰਦੇ ਮਿਲ ਜਾਂਦੇ ਸੀਗੇ, ਕਦੀ ਜ਼ੂਰਿਕ 에ਅਰਪੋਰਟ 'ਤੇ ਮਿਲ ਗਏ, ਕਦੀ ਹੈਮਬਰਗ 'ਤੇ ਮਿਲ ਗਏ, ਤੇ ਕਦੀ ਰੋਮ ਵਿੱਚ ਮਿਲ ਗਏ, ਤਾਂ ਜਹਾਜ਼ਾਂ 'ਤੇ ਜਿੱਲੇ ਆਈ ਜਾਈਦਾ ਸੀਗਾ ਤੇ ਸਾਨੂੰ ਕੋਈ ਨਾ ਕੋਈ ਆਪਣੇ ਬੰਦੇ ਪੰਜਾਬ ਦੇ ਟੱਕਰ ਜਾਂਦੇ ਸੀਗੇ। ਸੋ ਕਈ ਵਾਰ ਬਜ਼ੁਰਗ ਬੰਦੇ ਐਸੇ ਹੁੰਦੇ ਸੀ ਜਿਹਨਾਂ ਨੂੰ ਤੰਗੀ ਆਉਂਦੀ ਸੀਗੀ, ਤੇ ਉਹ ਸਾਡੇ ਕੋਲ ਆਮ ਪੁੱਛਦੇ ਸਵਾਲ, ਐਕਸਕਿਊਜ਼ ਮੀ ਸਰ, ਕੈਨ ਯੂ ਸਪੀਕ ਇੰਗਲਿਸ਼? ਤੇ ਅਸੀਂ ਕਹਿੰਦੇ ਯੈਸ ਆਈ ਕੈਨ, ਵੀ ਮੈਂ ਬੋਲ ਸਕਦਾ ਹਾਂ। ਸੋ ਆਈ ਕੈਨ ਸਪੀਕ ਇੰਗਲਿਸ਼ ਮਤਲਬ ਕਿ ਮੇਰੇ ਕੋਲ ਇਹ ਕਾਬਲੀਅਤ ਜਾਂ ਇਹ ਲਿਆਕਤ ਜਾਂ ਜਿਹੜੀ ਇਹ ਯੋਗਤਾ ਮੇਰੇ ਕੋਲ ਹੈ। ਸੋ ਆਈ ਕੈਨ ਸਪੀਕ ਇੰਗਲਿਸ਼, ਆਈ ਕੈਨ ਸਪੀਕ ਫਰੈਂਚ, ਜਾਂ ਆਈ ਕੈਨ ਸਪੀਕ ਸਪੈਨਿਸ਼। ਠੀਕ ਹੈ ਨਾ, ਜਿੱਦਾਂ ਇਹ ਉਹੀ ਗੱਲ ਹੈ, ਆਈ ਕੈਨ ਪ੍ਰੀਪੇਅਰ ਟੀ, ਆਈ ਕੈਨ ਰਾਈਡ ਅ ਬਾਈਸਿਕਲ, ਆਈ ਕੈਨ ਨੇਵੀਗੇਟ ਅ ਸ਼ਿਪ। ਉਹ ਇਹਨੀ ਕੈਪੇਬਿਲਿਟੀ ਨੂੰ ਦਰਸਾਉਂਦਾ ਹੈ। ਠੀਕ ਹੈ, ਫਿਰ ਆ ਗਿਆ ਈਵਨ ਐਜ਼ ਅ ਚਾਈਲਡ। ਹੁਣ ਇਹ ਬੱਚਿਓ ਕੀ ਹੈ, ਪਾਸਟ ਟੈਂਸ ਹੈਗਾ, ਸ਼ੀ ਕੁਡ ਸਿੰਗ ਵੈਲ ਈਵਨ ਐਜ਼ ਅ ਚਾਈਲਡ। ਕਹਿੰਦੇ ਜਦੋਂ ਉਹ ਛੋਟੀ ਬੱਚੀ ਸੀ, ਈਵਨ ਐਜ਼ ਅ ਚਾਈਲਡ ਮਤਲਬ ਜਦੋਂ ਵਾਲੀ ਛੋਟੀ ਬੱਚੀ ਸੀ, ਸ਼ੀ ਕੁਡ ਸਿੰਗ ਵੈਲ, ਉਹ ਬੜਾ ਵਧੀਆ ਗਾ ਸਕਦੀ ਸੀ। ਹੁਣ ਇਹ ਪਾਸਟ ਟੈਂਸ ਹੈ, ਕੈਨ ਸਮਰੱਥਾ ਦਰਸਾਉਂਦਾ, ਜਿੱਦਾਂ ਆਈ ਕੈਨ ਸਿੰਗ ਵੈਲ। ਹੁਣ ਜਦੋਂ ਮੈਂ ਪ੍ਰੈਜ਼ੈਂਟ ਵਿੱਚ ਕਹਿਣਾ ਹੋਵੇ, ਜਿੱਦਾਂ ਇੱਥੇ ਨਾ ਆਈ ਕੈਨ ਸਪੀਕ ਇੰਗਲਿਸ਼, ਮੈਂ ਅੰਗਰੇਜ਼ੀ ਬੋਲ ਸਕਦਾ ਹਾਂ, ਤੇ ਜੇ ਮੈਂ ਕਹਾਂ ਆਈ ਕੈਨ ਸਿੰਗ ਵੈਲ, ਮੈਂ ਵਧੀਆ ਗਾ ਸਕਦਾ ਹਾਂ, ਇਹ ਵੀ ਸਮਰੱਥਾ ਹੈ। ਪਰ ਇਹ ਹੈਗਾ ਈਵਨ ਐਜ਼ ਅ ਚਾਈਲਡ। ਹੁਣ ਬੱਚੇ ਦੀ ਗੱਲ ਹੋ ਰਹੀ, ਕਹਿੰਦੇ ਵੀ ਹੁਣ ਬੀਬੀ ਨੇ ਬੜਾ ਵਧੀਆ ਗਾਇਆ ਤੇ ਸਾਰੇ ਨੇ ਵਾਹ ਵਾਹ ਕੀਤੀ, ਤੇ ਕਿਸੇ ਨੇ ਟਿੱਪਣੀ ਕੀਤੀ ਭਾਈ ਈਵਨ ਐਜ਼ ਅ ਚਾਈਲਡ, ਕਹਿੰਦੇ ਆ ਤੇ ਹੁਣ ਤੇ ਗਾ ਹੀ ਰਹੀ ਹੈ, ਜਦੋਂ ਇਹ ਛੋਟੀ ਬੱਚੀ ਸੀ, ਸ਼ੀ ਕੁਡ, ਹੁਣ ਦੇਖੋ ਕੈਨ ਦਾ ਕੁਡ ਬਣ ਗਿਆ ਕਿਉਂਕਿ ਪਾਸਟ ਟੈਂਸ ਦੀ ਗੱਲ ਹੋ ਰਹੀ ਹੈ, ਭੂਤਕਾਲ ਦੀ ਗੱਲ ਹੋ ਰਹੀ ਹੈ। ਸੋ ਈਵਨ ਐਜ਼ ਅ ਚਾਈਲਡ ਸ਼ੀ ਕੁਡ ਸਿੰਗ ਵੈਲ, ਜਦੋਂ ਛੋਟੀ ਬੱਚੀ ਸੀ ਭਰਾਵਾ, ਉਹ ਤਾਂ ਵੀ ਬੜਾ ਵਧੀਆ ਗਾ ਲੈਂਦੀ ਸੀ। ਹੁਣ ਤੇ ਗਾਉਂਦੀ ਹੈ, ਜਦੋਂ ਨਿਆਣੀ ਸੀ, ਛੋਟੀ ਸੀ, ਤਾਂ ਵੀ ਬੜਾ ਵਧੀਆ ਗਾਉਂਦੀ ਸੀ। ਠੀਕ ਹੈ, ਸੋ ਇੱਥੇ ਕੈਨ ਦਾ ਬਣ ਜਾਏਗਾ ਕੁਡ। ਫਿਰ ਆ ਗਿਆ ਵਿਲ ਯੂ ਕਮ ਟੂ ਦੀ ਮੀਟਿੰਗ ਟੁਮਾਰੋ। ਹੁਣ ਇਹ ਸਿੱਧਾ ਸਿੰਪਲ ਫਿਊਚਰ ਟੈਂਸ ਹੈਗਾ ਜੇ ਸਵਾਲ ਪੁੱਛਿਆ ਗਿਆ, ਵਿਲ ਯੂ ਕਮ ਟੂ ਦੀ ਮੀਟਿੰਗ ਟੁਮਾਰੋ, ਵੀ ਕੱਲ ਮੀਟਿੰਗ ਹੈ, ਵੀ ਤੂੰ ਕੱਲ ਦੀ ਇਕੱਤਰਤਾ ਵਿੱਚ ਆਏਗਾ, ਕੀ ਤੁਸੀਂ ਕੱਲ ਦੀ ਇਕੱਤਰਤਾ ਵਿੱਚ ਆਓਗੇ, ਕੀ ਤੂੰ ਕੱਲ ਦੀ ਇਕੱਤਰਤਾ ਵਿੱਚ ਆਏਂਗੀ। ਸੋ ਵਿਲ ਯੂ ਕਮ ਟੂ ਦੀ ਮੀਟਿੰਗ ਟੁਮਾਰੋ, ਜਦੋਂ ਇਹਦਾ ਪੁੱਛਣਾ ਹੋਵੇ ਵੀ ਕੱਲ ਮੀਟਿੰਗ ਹੈਗੀ ਹੈ, ਤੇ ਕਈ ਬੰਦੇ ਕਹਿੰਦੇ ਵੀ ਮੈਂ ਤੇ ਕੱਲ ਦੀ ਮੀਟਿੰਗ 'ਚ ਨਹੀਂ ਆਵਾਂਗਾ, ਆਈ ਵਿਲ ਨਾਟ ਕਮ ਟੂ ਦੀ ਮੀਟਿੰਗ ਟੁਮਾਰੋ, ਆਈ ਹੈਵ ਸਮ ਅਦਰ ਜੌਬ ਟੂ ਡੂ, ਮੈਂ ਕਿਤੇ ਹੋਰ ਜਾਣਾ ਹੈ। ਠੀਕ ਹੈ ਨਾ, ਸੋ ਇਹਦਾ ਵਿੱਚ ਕਈ ਵਾਰ ਸਵਾਲ ਪੁੱਛ ਲੈਂਦੇ ਨੇ, ਜਿੱਦਾਂ ਵਿਲ ਯੂ ਕਮ ਟੂ ਦੀ ਮੀਟਿੰਗ ਟੁਮਾਰੋ, ਕੀ ਤੁਸੀਂ ਕੱਲ ਦੀ ਇਕੱਤਰਤਾ ਵਿੱਚ ਆਓਗੇ। ਹੁਣ ਅਗਲਾ ਦੇਖੀਏ, ਵੀ ਸ਼ੁੱਡ ਨਾਟ ਟੈਲ ਲਾਈਜ਼। ਹੁਣ ਦੇਖੋ ਬੱਚੇ, ਉਹਨਾਂ ਨੇ 4 ਤਰੀਕਿਆਂ ਨਾਲ ਲਿਖਿਆ ਹੈ, ਤੇ ਚਾਰਾਂ ਦੇ ਅਰਥ ਥੋੜ੍ਹੇ ਥੋੜ੍ਹੇ ਵੱਖਰੇ ਆ ਜਾਣਗੇ। ਵੀ ਸ਼ੁੱਡ ਨਾਟ ਟੈਲ ਲਾਈਜ਼, ਟੈਲ ਲਾਈਜ਼ ਹੁੰਦਾ ਝੂਠ ਬੋਲਣਾ। ਹੁਣ ਸ਼ੁੱਡ ਆ ਗਿਆ ਬੱਚਿਓ ਡਿਊਟੀ, ਫਰਜ਼। ਠੀਕ ਹੈ, ਵੀ ਇਨਸਾਨੀ ਤੌਰ 'ਤੇ ਇਹ ਜੋ ਇੱਕ ਨੈਤਿਕਤਾ ਜਿਹੜੀ ਹੈ, ਨੈਤਿਕਤਾ ਦੇ ਅਸੂਲ ਹੈ, ਮੰਗ ਕਰਦੇ ਨੇ। ਗੁਰਬਾਣੀ 'ਚ ਆਉਂਦਾ ਨਾ, ਜੀਭਾ ਸੂਤਕ ਕੂੜ, ਵੀ ਸੂਤਕ ਜਿਹੜਾ ਅਸਲੀ ਹੈ ਜ਼ੁਬਾਨ ਦਾ, ਉਹ ਕੂੜ ਝੂਠ ਬੋਲਣਾ। ਮਿੱਥਿਆ ਨਾ ਹੀ ਰਸਨਾ ਪਰਸ, ਅਸਲੀ ਬੰਦੇ ਕਹਿੰਦੇ ਨਾ ਵੀ ਅਸੀਂ ਸੁੱਚ ਪਿੱਟ ਦੇ ਵਿੱਚ ਵਿਸ਼ਵਾਸ ਕਰਦੇ ਨੇ ਵੀ ਇਹਨੂੰ ਹੱਥ ਲਾਤਾ ਤੇ ਇਹ ਝੂਠਾ ਹੋ ਗਿਆ। ਤੇ ਗੁਰੂ ਸਾਹਿਬ ਕਹਿੰਦੇ ਨੇ ਮਿੱਥਿਆ ਨਾ ਹੀ ਰਸਨਾ ਪਰਸ, ਕਹਿੰਦੇ ਝੂਠ ਨੂੰ ਜ਼ੁਬਾਨ ਦੇ ਨਾਲ ਨਾ ਛੂਣ ਦੇਵੋ। ਅਸਲੀ ਅਪਰਸ ਤੇ ਉਹ ਬੰਦਾ ਹੁੰਦਾ ਹੈ, ਸੁੱਚ ਪਿੱਟ 'ਚ ਵਿਸ਼ਵਾਸ ਕਰਨ ਵਾਲਾ ਹੁੰਦਾ ਹੈ, ਜੋ ਜ਼ੁਬਾਨ 'ਤੇ ਕਦੀ ਝੂਠ ਲੈ ਕੇ ਨਹੀਂ ਆਉਂਦਾ। ਸੋ ਨੈਤਿਕਤਾ ਦੇ ਗੁਣਾਂ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਝੂਠ ਨਹੀਂ ਬੋਲਣਾ ਚਾਹੀਦਾ। ਸੋ ਅਸੀਂ ਇੱਦਾਂ ਕਹਾਂਗੇ, ਵੀ ਸ਼ੁੱਡ ਨਾਟ ਟੈਲ ਲਾਈਜ਼, ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ। ਹੁਣ ਇਹ ਗੱਲ ਮਸਟ ਬਣੇ ਜ਼ੋਰ ਦੀ ਗੱਲ ਆ ਗਈ। ਮੰਨ ਲਓ ਕੋਈ ਸੰਸਥਾ ਹੈ, ਕੋਈ ਮਸਲਾ ਚੱਲਦਾ ਪਿਆ ਹੈ, 4 ਬੰਦੇ ਘਰ ਦੇ ਜਾਂ ਕਿਸੇ ਕੰਪਨੀ ਦੇ ਬੈਠੇ ਨੇ, ਤੇ ਉਹ ਕੋਈ ਕੇਸ ਚੱਲਦਾ ਪਿਆ, ਤੇ ਉਹ ਸਾਰੇ ਬੈਠ ਕੇ ਗੱਲ ਕਰਕੇ ਨਹੀਂ ਨਹੀਂ, ਵੀ ਮਸਟ ਨਾਟ ਟੈਲ ਲਾਈਜ਼, ਸਾਨੂੰ ਝੂਠ ਬਿਲਕੁਲ ਨਹੀਂ ਬੋਲਣਾ ਚਾਹੀਦਾ। ਇੱਥੇ ਆ ਜਾਏਗਾ ਵੀ ਸ਼ੁੱਡ ਨਾਟ ਟੈਲ ਲਾਈਜ਼, ਸਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਇੱਕ ਫਰਜ਼ ਦੇ ਆਧਾਰ 'ਤੇ। ਅਤੇ ਇੱਥੇ ਕੰਪਲਸ਼ਨ, ਵੀ ਕਿਤੇ ਹੋਰ ਪੁਆੜਾ ਨਾ ਪੈ ਜਾਏ ਝੂਠ ਬੋਲ ਕੇ, ਜਾਂ ਇਹ ਸਾਡੀ ਇੱਕ ਸਲਾਹ ਹੈਗੀ ਹੈ,
ਬੰਦਾ ਬੈਠਾ ਵਿੱਚ ਬੌਸ ਬੈਠਾ ਕਹਿੰਦਾ ਨਹੀਂ ਨਹੀਂ ਵੀ ਮਸਟ ਨਾਟ ਟੈਲ ਲਾਈਜ਼। ਕਿਸੇ ਬੰਦੇ ਨੇ ਸਲਾਹ ਦਿੱਤੀ ਕਿ ਸਰ ਇਦਾਂ ਕਰ ਲੈਂਦੇ ਆ, ਇਦਾਂ ਮਾੜਾ ਝੂਠ ਬੋਲ ਕੇ ਇਦਾਂ ਸਾਡਾ ਕੰਮ ਮਸਲਾ ਹੱਲ ਹੋ ਜਾਏਗਾ। ਕਹਿੰਦਾ ਨੋ, ਵੀ ਮਸਟ ਨਾਟ ਟੈਲ ਲਾਈਜ਼। ਮਤਲਬ ਕਿ ਇਹ ਮੇਰੀ ਸਲਾਹ ਵੀ ਹੈਗੀ ਹੈ ਤੇ ਸਾਡੀ ਕੰਪਲਸ਼ਨ ਵੀ ਹੈਗੀ, ਕੰਪਨੀ ਦੀ ਪੋਲਿਸੀ ਹੈ, ਵੀ ਮਸਟ ਨਾਟ ਟੈਲ ਲਾਈਜ਼। ਅਸੀਂ ਝੂਠ ਬਿਲਕੁਲ ਨਹੀਂ ਬੋਲਣਾ, ਠੀਕ ਹੈ। ਫਿਰ ਇਹ ਸਿਚੁਏਸ਼ਨ ਦੇਖ ਲਓ, ਵੀ ਵਿਲ ਨਾਟ ਟੈਲ ਲਾਈਜ਼, ਅਸੀਂ ਝੂਠ ਨਹੀਂ ਬੋਲਾਂਗੇ। ਮੰਨ ਲਓ ਕੋਈ ਵਕੀਲ ਹੈਗਾ, ਉਹ ਸਾਨੂੰ ਆ ਕੇ ਵਰਗਲਾ ਰਿਹਾ ਕਿ ਭਾਜੀ ਤੁਸੀਂ ਇਹ ਗਵਾਹੀ 'ਚ ਨਾ ਇੱਦਾਂ ਬੋਲਦੇ ਹੋ, ਕੋਰਟ ਵਿੱਚ ਅਦਾਲਤ 'ਚ ਇੱਦਾਂ ਬੋਲਦੇ ਹੋ। ਅਤੇ ਬੰਦੇ ਥੋੜ੍ਹੇ ਗੁਰਮੁਖ ਹੈਗੇ ਨੇ, ਧਾਰਮਿਕ ਖਿਲਾਉਂਦੇ ਨੇ, ਉਹ ਸਾਫ਼ ਕਹਿੰਦੇ ਨੇ, ਕਹਿੰਦੇ ਵਕੀਲ ਸਾਹਿਬ ਗੱਲ ਸੁਣ ਲਓ, ਅਸੀਂ ਗਵਾਹੀ ਦੇ ਦਾਂਗੇ ਪਰ ਝੂਠ ਨਹੀਂ ਬੋਲਾਂਗੇ। ਵੀ ਵਿਲ ਨਾਟ ਟੈਲ ਲਾਈਜ਼, ਅਸੀਂ ਸੱਚ ਬੋਲਾਂਗੇ। ਵੀ ਵਿਲ ਨਾਟ ਟੈਲ ਲਾਈਜ਼, ਅਸੀਂ ਝੂਠ ਨਹੀਂ ਬੋਲਾਂਗੇ। ਅਤੇ ਇਹ ਵੀ ਬੱਚਿਓ ਉਹਦੇ ਨਾਲ ਰਲਦਾ ਮਿਲਦਾ, ਵੀ ਕੈਨੋਟ ਟੈਲ ਲਾਈਜ਼। ਵਕੀਲ ਆ ਰਿਹਾ ਜਾਂ ਕੋਈ ਹੋਰ ਬੰਦਾ ਸਲਾਹ ਦੇ ਰਿਹਾ, ਭਾਜੀ ਮਾੜਾ ਤੁਸੀਂ ਇੱਦਾਂ ਬੋਲਦੇ ਹੋ, ਇਹ ਗੱਲ ਇੱਦਾਂ ਹੈਗੀ, ਇਹਨੂੰ ਇੱਦਾਂ ਝੂਠ ਕਰਕੇ ਬੋਲਦੇ ਹੋ, ਅਦਾਲਤ ਵਿੱਚ ਇੱਦਾਂ ਬੋਲਦੇ ਹੋ, ਜੱਜ ਦੇ ਮੂਹਰੇ ਇੱਦਾਂ ਬੋਲਦੇ ਹੋ। ਤੇ ਕਹਿੰਦਾ ਨਾ 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 ਭਾਈ, ਅਸੀਂ ਝੂਠ ਨਹੀਂ ਬੋਲ ਸਕਦੇ। ਇੱਥੇ ਹੈਗਾ ਵੀ ਵਿਲ ਨਾਟ ਟੈਲ, ਅਸੀਂ ਝੂਠ ਨਹੀਂ ਬੋਲਾਂਗੇ। ਇਹ ਆ ਗਿਆ ਵੀ ਕੈਨੋਟ ਟੈਲ ਲਾਈਜ਼, ਕਿ ਅਸੀਂ ਝੂਠ ਨਹੀਂ ਬੋਲ ਸਕਦੇ, ਵੀ ਤੇਰਾ ਜਿਹੜਾ ਇਹ ਪ੍ਰਸਤਾਵ ਹੈ, ਤੇਰੀ ਜਿਹੜੀ ਸਲਾਹ ਹੈ, ਅਸੀਂ ਇਹਨੂੰ ਖਾਰਜ ਕਰਦੇ ਹਾਂ ਸਿਰ ਤੋਂ। ਵੀ ਕੈਨੋਟ ਟੈਲ ਲਾਈਜ਼, ਅਸੀਂ ਝੂਠ ਨਹੀਂ ਬੋਲ ਸਕਦੇ। ਸੋ ਇਹਦਾ ਦੇਖੋ ਬੱਚਿਓ ਵੀ ਇਹ ਜ਼ਰੂਰੀ ਨਹੀਂ ਕਿ ਵੀ ਮੋਡਲਸ ਕਿਤੇ ਕਿਤੇ ਤੇ ਇੱਕ ਸੰਭਾਵਨਾ ਹੈਗੀ, ਮੇ ਆਇਆ ਇੱਥੇ, ਕੈਨ ਆਇਆ ਇੱਥੇ, ਕੁਡ ਆਇਆ। ਕਈ ਜਗ੍ਹਾ ਇਹ ਵੀ ਤੁਸੀਂ ਧਿਆਨ ਰੱਖਣਾ ਹੈ, ਮੈਂ ਤਾਂ ਸਾਰੇ ਪਏ ਨੇ ਵੀ ਇਹਦੀਆਂ ਅਲੱਗ-ਅਲੱਗ ਸੰਭਾਵਨਾਵਾਂ ਵੀ ਹੈਗੀਆਂ ਨੇ। ਖਾਲੀ ਥਾਂ ਵਿੱਚ ਇੱਕ ਤੋਂ ਵੱਧ ਵੀ ਐਪਰੋਪਰੀਏਟ ਮੋਡਲਸ ਆ ਸਕਦੇ ਨੇ। ਔਰ ਤਾਂ ਮੈਂ ਤੁਹਾਨੂੰ ਇਹ ਪੰਜਾਬੀ ਚੰਗੀ ਤਰ੍ਹਾਂ ਬੋਲ ਕੇ ਦੱਸ ਰਿਹਾ ਵੀ ਤੁਸੀਂ ਚੰਗੀ ਤਰ੍ਹਾਂ ਇਹਦੇ ਜਿਹੜੇ ਅਰਥ ਨੇ, ਭਾਵ ਨੇ, ਉਹਦਾ ਜੋ ਸੰਦਰਭ ਹੈਗਾ ਉਹਨੂੰ ਚੰਗੀ ਤਰ੍ਹਾਂ ਸਮਝ ਸਕੋ, ਅਤੇ ਇਹਨਾਂ ਦੀ ਵਰਤੋਂ ਤੁਸੀਂ ਕਰਿਆ ਕਰੋ ਸੈਂਟੈਂਸਾਂ ਵਿੱਚ, ਤਾਂ ਕਿ ਤੁਹਾਡਾ ਅਭਿਆਸ ਪੱਕਾ ਹੋਵੇ। ਮੈਂ ਸੋਚਿਆ ਸੀ ਸ਼ਾਇਦ 9 ਔਰ 10 ਅਗਲੇ 2 ਪੁਆਇੰਟ ਵੀ ਹੋਣਗੇ। ਸੋ ਇਸ ਦੇ ਨਾਲ ਹੀ ਸਾਡੀ ਇਹ ਵਾਲਾ ਵੀਡੀਓ ਸਮਾਪਤ ਹੁੰਦਾ ਹੈ, ਅਤੇ ਤੁਸੀਂ ਇਸੇ ਤਰ੍ਹਾਂ ਮਿਹਨਤ ਦੇ ਨਾਲ, ਨਿਰੰਤਰਤਾ ਦੇ ਨਾਲ ਆਪਣੀ ਪੜ੍ਹਾਈ ਕਰੀ ਚੱਲੋ। ਐਸੀ ਤੁਹਾਡੀਆਂ ਐਕਸਰਸਾਈਜ਼ 7, 8 ਅਤੇ 9, ਅਤੇ ਅਗਲੇ ਵੀਡੀਓ ਵਿੱਚ ਅਸੀਂ ਅਗਲੀ ਐਕਸਰਸਾਈਜ਼ ਲੈ ਕੇ ਆਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।